ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਉਡਾਨ ਇੰਸਟੀਚਿਊਟ ਬਠਿੰਡਾ ਦੇ ਵਿੱਚ। ਅੱਜ ਅਸੀਂ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਹਿਸਟਰੀ, ਇਤਿਹਾਸ, ਲੰਘੇ ਹੋਏ ਸਮੇਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਤੇ ਉਹਨਾਂ ਘਟਨਾਵਾਂ ਦਾ ਪ੍ਰਭਾਵ ਆਰਥਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਸਮਾਜਿਕ ਤੌਰ ਤੇ। ਇਤਿਹਾਸ ਬੜਾ ਹੀ ਖਾਸ ਇੰਪੋਰਟੈਂਟ ਸਬਜੈਕਟ ਆ, ਕਿਉਂਕਿ ਤੁਸੀਂ ਜਾਣਦੇ ਹੋ ਕਿ ਵੱਖ-ਵੱਖ ਪੇਪਰਾਂ ਦੇ ਵਿੱਚ ਜਦੋਂ ਅਸੀਂ ਜੀਕੇ ਦੇ ਸੈਗਮੈਂਟ ਨੂੰ ਟੱਚ ਕਰਦੇ ਹਾਂ ਤਾਂ ਉਹਦੇ ਹੀ ਤੁਸੀਂ ਦੇਖਦੇ ਹੋ ਕਿ ਸਾਡੀ ਹਿਸਟਰੀ ਨੂੰ ਲੈ ਕੇ ਸਾਨੂੰ ਉੱਥੇ ਕੁਐਸਚਨਸ ਆਉਂਦੇ ਨੇ। ਪਰ ਸਾਡਾ ਅੱਜ ਦਾ ਇਹ ਲੈਕਚਰ ਆ ਜੋ ਇਹ ਖਾਸ ਤੌਰ ਤੇ ਕੇਂਦਰਿਤ ਹੋਊਗਾ ਮਾਸਟਰ ਕੇਡਰ ਐਸਐਸਟੀ ਨੂੰ ਲੈ ਕੇ। ਜਿਹੜੇ ਸਟੂਡੈਂਟਸ ਨੇ ਮਾਸਟਰ ਕੇਡਰ ਐਸਐਸਟੀ ਦੇ ਵਿੱਚ ਹਿਸਟਰੀ ਨੂੰ ਆਪਦੇ ਦੋ ਸਬਜੈਕਟਸ ਦੇ ਵਿੱਚੋਂ ਇੱਕ ਆਪਸ਼ਨ ਮੰਨਿਆ, ਉਹਨਾਂ ਲਈ ਇਹ ਖਾਸ ਲੈਕਚਰ ਹੋਊਗਾ। ਇਸ ਤੋਂ ਬਿਨਾ ਜੇ ਅਸੀਂ ਗੱਲ ਕਰੀਏ ਕਿ ਪੀ ਟੈਟ ਜਾਂ ਸੀ ਟੈਟ, ਟੈਟ ਦੇ ਪੁਆਇੰਟ ਆਫ ਵਿਊ ਤੋਂ ਵੀ ਇਹ ਇੱਕ ਮਹੱਤਵਪੂਰਨ ਲੈਕਚਰ ਹੋਊਗਾ। ਤਾਂ ਅਸੀਂ ਸ਼ੁਰੂਆਤ ਕਰਦੇ ਹਾਂ ਹਿਸਟਰੀ ਦੀ। ਜਦੋਂ ਅਸੀਂ ਹਿਸਟਰੀ ਵਿਸ਼ੇ ਬਾਰੇ ਪੜ੍ਹਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਸਾਡੇ ਲੰਘੇ ਸਮੇਂ 'ਚ ਘਟਨਾਵਾਂ ਕੀ ਵਾਪਰੀਆਂ, ਕਿਸ ਤਰ੍ਹਾਂ ਅਸੀਂ ਅੱਜ ਤੱਕ ਸ਼ੁਰੂਆਤ ਤੋਂ ਲੈ ਕੇ, ਮਤਲਬ ਕਿ ਤੁਸੀਂ ਕਹਿ ਸਕਦੇ ਹੋ ਕਿ ਪੱਥਰ ਯੁੱਗ ਤੋਂ ਲੈ ਕੇ ਅਸੀਂ ਕਿਸ ਤਰ੍ਹਾਂ 2021 ਤੱਕ ਪਹੁੰਚੇ ਹਾਂ, ਇਹਨਾਂ ਘਟਨਾਵਾਂ ਦੀ ਇੱਕ ਸੀਰੀਜ਼ ਨੂੰ ਤਾਂ ਅਸੀਂ ਹਿਸਟਰੀ ਕਹਿੰਦੇ ਆ। ਇਸ ਤੋਂ ਪਹਿਲਾਂ ਜਿਵੇਂ ਕਿ ਇੱਕ ਇਮਾਰਤ ਨੂੰ ਬਣਨ ਲਈ ਉਹਦਾ ਨੀਂਹ ਦਾ ਸਟਰੋਂਗ ਹੋਣਾ ਜ਼ਰੂਰੀ ਆ, ਉਸੇ ਤਰੀਕੇ ਨਾਲ ਇੱਕ ਸਬਜੈਕਟ ਤੇ ਸਾਡੀ ਅੱਛੀ ਪਕੜ ਬਣੇ ਤਾਂ ਸਾਨੂੰ ਪਹਿਲਾਂ ਸਬਜੈਕਟ ਬਾਰੇ ਥੋੜਾ ਜਾਣਨਾ ਜ਼ਰੂਰੀ ਹੈ। ਤਾਂ ਅਸੀਂ ਸ਼ੁਰੂਆਤ ਕਰਦੇ ਹਾਂ ਜੀ। ਤੁਸੀਂ ਹਿਸਟਰੀ, ਤਾਂ ਸਾਡੇ ਕੋਲੇ ਸ਼ਬਦ ਆਉਂਦਾ ਜੀ ਹਿਸਟਰੀ। ਇਹ ਗ੍ਰੀਕ ਸ਼ਬਦ ਤੋਂ ਬਣਿਆ ਹੋਇਆ ਸ਼ਬਦ ਆ ਜੀ ਹਿਸਟਰੀ। ਬੇਸਿਕਲੀ ਗ੍ਰੀਕ ਸ਼ਬਦ ਹੈ ਜੀ ਹਿਸਟੋਰੀਆ। ਹਿਸਟੋਰੀਆ ਇਹ ਗ੍ਰੀਕ ਭਾਸ਼ਾ ਦਾ ਸ਼ਬਦ ਆ ਜੀ। ਗ੍ਰੀਕ ਭਾਸ਼ਾ, ਯੂਨਾਨੀ ਭਾਸ਼ਾ ਜਿਸ ਨੂੰ ਅਸੀਂ ਕਹਿੰਦੇ ਆ ਹਿਸਟੋਰੀਆ, ਠੀਕ ਹੈ ਜੀ। ਜੇ ਅਸੀਂ ਹਿਸਟਰੀ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਸਭ ਤੋਂ ਪਹਿਲਾਂ ਇਸ ਕਨਸੈਪਟ ਦਾ ਜਿਹੜਾ ਹੈਗਾ ਇੱਕ ਵਜੂਦ ਬਣਿਆ ਉਹ ਗ੍ਰੀਕ ਭਾਸ਼ਾ ਚੋਂ ਹਿਸਟੋਰੀਆ ਤੋਂ ਬਣਿਆ। ਹਿਸਟੋਰੀਆ ਸ਼ਬਦ ਹੀ ਅੱਗੇ ਜਾ ਕੇ ਹਿਸਟਰੀ ਬਣਦਾ ਜੀ, ਠੀਕ ਹੈ ਜੀ। ਹਿਸਟਰੀ ਹੈ ਕੀ ਜੀ? ਜਦੋਂ ਅਸੀਂ ਹਿਸਟਰੀ ਨੂੰ ਸਮਝ ਗਏ ਕਿ ਇਤਿਹਾਸ ਕਿਹਾ ਕਿਹਨੂੰ ਜਾਂਦਾ। ਇਤਿਹਾਸ ਜੇ ਅਸੀਂ ਸਿੰਪਲ ਰੂਪ ਦੇ ਵਿੱਚ ਦੇਖੀਏ ਤਾਂ ਇਤਿਹਾਸ ਦਾ ਮਤਲਬ ਹੈਗਾ ਕਿ ਲੰਘੇ ਹੋਏ ਸਮੇਂ ਦੇ ਵਿੱਚ ਘਟਨਾਵਾਂ, ਉਹਨਾਂ ਘਟਨਾਵਾਂ ਦਾ ਉਹਨਾਂ ਸਮਿਆਂ ਤੇ ਪਿਆ ਹੋਇਆ ਪ੍ਰਭਾਵ ਤੇ ਸਾਨੂੰ ਉਸ ਚੀਜ਼ ਬਾਰੇ ਪਤਾ ਕਿੱਥੋਂ ਲੱਗਦਾ, ਮਤਲਬ ਕਿ ਸੋਰਸ। ਇਹਨਾਂ ਚੀਜ਼ਾਂ ਦੇ ਇਕੱਠ ਨੂੰ, ਇਹਨਾਂ ਤਿੰਨੋਂ ਐਸਪੈਕਟਸ ਦੇ ਇਕੱਠ ਨੂੰ ਅਸੀਂ ਮੋਟੇ ਰੂਪ ਦੇ ਵਿੱਚ ਹਿਸਟਰੀ ਕਹਿੰਦੇ ਹਾਂ। ਜਿਵੇਂ ਕਿ ਜਦੋਂ ਅਸੀਂ ਇਹਨੂੰ ਸਮਝਣਾ ਤਾਂ ਹਿਸਟਰੀ ਨੂੰ ਅਸੀਂ ਸਮਝ ਗਏ, ਇੱਕ ਤਾਂ ਜੀ ਇਵੈਂਟ। ਇਵੈਂਟ ਦਾ ਮਤਲਬ ਜੀ ਘਟਨਾ, ਠੀਕ ਹੈ ਜੀ। ਦੂਸਰੀ ਗੱਲ ਕਰੀਏ ਜੀ ਅਸੀਂ ਇੰਪੈਕਟ। ਇੰਪੈਕਟ ਦਾ ਮਤਲਬ ਹੈਗਾ ਜੀ ਪ੍ਰਭਾਵ। ਤੇ ਤੀਸਰੀ ਗੱਲ ਕਰੀਏ ਜੀ ਅਸੀਂ ਸੋਰਸ। ਸੋਰਸ ਦਾ ਮਤਲਬ ਹੈਗਾ ਜੀ ਸਰੋਤ। ਤਿੰਨ ਇੰਪੋਰਟੈਂਟ ਚੀਜ਼ਾਂ ਨੇ ਹਿਸਟਰੀ ਦੇ ਪੁਆਇੰਟ ਆਫ ਵਿਊ ਤੋਂ। ਕਿਉਂਕਿ ਅਸੀਂ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਤਾਂ ਜਦੋਂ ਅਸੀਂ ਇਸ ਵਿਸ਼ੇ ਦੀ ਸ਼ੁਰੂਆਤ ਕਰਨੀ ਹੈ ਤਾਂ ਪਹਿਲਾਂ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਇਹਨੂੰ ਪੜ੍ਹਨਾ ਕਿਵੇਂ ਆ। ਇੱਕ ਐਗਜ਼ਾਮਪਲ ਨਾਲ ਮੈਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਕਲੈਰੀਫਾਈ ਕਰੂੰਗਾ। ਜਿਵੇਂ ਕਿ ਤੁਸੀਂ ਦੇਖੋ ਕਿ 1526, ਸਿੰਪਲ ਚੱਲਦੇ ਆ 1526। ਹੁਣ ਜੇ ਪੁੱਛੀਏ ਕਿ 1526 ਨੂੰ ਕੀ ਹੋਇਆ ਤਾਂ ਤੁਸੀਂ ਇਹਦਾ ਜਵਾਬ ਦਿਓਗੇ ਕਿ ਜੀ ਪਾਣੀਪਤ ਦੀ ਫਸਟ ਵਾਰ ਹੋਈ ਹੈ ਜੀ, ਪਾਣੀਪਤ ਵਾਰ ਹੋਈ ਹੈ, ਹਨਾ। ਹੁਣ ਪਹਿਲੀ ਜਿਹੜੀ ਮੈਂ ਇਹ ਗੱਲ ਲਿਖੀ ਆ ਕਿ 1526 ਨੂੰ ਇੱਕ ਵਾਰ ਹੋਈ ਹੈ ਜਿਹਨੂੰ ਅਸੀਂ ਪਾਣੀਪਤ ਵਾਰ ਦਾ ਨਾਮ ਦਿੱਤਾ, ਤਾਂ ਇਹ ਮੈਂ ਇਵੈਂਟ ਨਾਲ ਰਿਲੇਟਡ ਜਾਣਕਾਰੀ ਦੇ ਰਿਹਾ ਤੁਹਾਨੂੰ, ਠੀਕ ਹੈ ਜੀ। ਨੈਕਸਟ ਗੱਲ ਕਰੀਏ ਕਿ ਇਸ ਵਾਰ ਦਾ ਪ੍ਰਭਾਵ ਕੀ ਪਿਆ ਜੀ, ਇੰਪੈਕਟ ਕੀ ਪਿਆ। ਜਿਵੇਂ ਕਿ ਵਾਰ ਕਿਹਦੇ ਵਿਚਕਾਰ ਹੋਈ ਹੈ ਤੁਸੀਂ ਜਾਣਦੇ ਹੋ ਕਿ ਇਹ ਬਾਬਰ ਤੇ ਵਰਸਸ ਇਬਰਾਹਿਮ ਲੋਧੀ ਦੇ ਵਿਚਕਾਰ ਇਹ ਵਾਰ ਹੋਈ ਸੀਗੀ ਜੀ, ਹਨਾ। ਲੋਧੀ ਵੰਸ਼ ਤੇ ਮੁਗਲ ਵੰਸ਼ ਜਿਹੜਾ ਬਾਬਰ, ਇਹਨਾਂ ਦੇ ਵਿਚਕਾਰ ਇਹ ਵਾਰ। ਇੰਪੈਕਟ ਕੀ ਪਿਆ ਜੀ? ਹੁਣ ਅਗਲੀ ਚੀਜ਼ ਇਸੇ ਚੀਜ਼ ਨੂੰ ਲੈ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਇਹ 'ਚ ਜਿੱਤਿਆ ਕੌਣ, ਬਾਬਰ ਜਿੱਤਿਆ, ਤੁਸੀਂ ਜਾਣਦੇ ਹੋ। ਤਾਂ ਇੰਪੈਕਟ ਪ੍ਰਭਾਵ, ਸਭ ਤੋਂ ਵੱਡਾ ਪ੍ਰਭਾਵ ਕੀ ਪਿਆ ਕਿ ਇੱਥੇ ਮੁਗਲ ਜਿਹੜਾ ਹੈਗਾ ਇਰਾ ਸ਼ੁਰੂ ਹੋ ਗਿਆ ਤੇ ਲੋਧੀ ਇਰਾ ਖਤਮ ਹੋ ਗਿਆ। ਇਹ ਇੰਪੈਕਟ ਆ, ਪ੍ਰਭਾਵ ਆ। ਫਿਰ
ਹੁਣ ਸੋਚਣ ਵਾਲੀ ਗੱਲ ਆ ਕਿ ਜਿਵੇਂ ਆਮ ਕਈ ਵਾਰੀ ਸਟੂਡੈਂਟ ਕੁਐਸਚਨ ਕਰਦੇ ਕਿ ਜੀ ਇਹ ਪਤਾ ਕਿਵੇਂ ਲੱਗਦਾ 1526 ਦੇ ਵਿੱਚ ਇੱਕ ਵਾਰ ਹੋਈ ਆ, ਉਹ ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਕਾਰ ਹੋਈ ਆ, ਸਾਨੂੰ ਇਸ ਵਾਰ ਬਾਰੇ ਪਤਾ ਕਿਵੇਂ ਲੱਗਦਾ? ਇਹ ਤਾਂ 500-600 ਸਾਲ ਲਗਭਗ ਪੁਰਾਣੀ ਗੱਲ ਆ। ਇਹ ਸਵਾਲ ਉਹਨਾਂ ਦਾ ਬਚਕਾਨਾ, ਪਰ ਕਿਤੇ ਨਾ ਕਿਤੇ ਇਹ ਇੱਕ ਸਮਝਣਯੋਗ ਚੀਜ਼ ਵੀ ਆ। ਤਾਂ ਕਰਕੇ ਹਿਸਟਰੀ ਦਾ ਜਿਹੜਾ ਤੀਸਰਾ ਮੁੱਖ ਐਸਪੈਕਟ ਆ ਉਹ ਹੈਗਾ ਸਰੋਤ। ਜਿਵੇਂ ਕਿ ਇਸ ਵਾਰ ਦਾ ਸਾਨੂੰ ਇੱਕ ਸਰੋਤ ਲੈ ਕੇ ਚੱਲੀਏ ਤਾਂ ਤੁਸੀਂ ਕਹਿ ਸਕਦੇ ਹੋ ਕਿ ਬਾਬਰ ਬਾਣੀ ਜਾਂ ਬਾਬਰਨਾਮਾ, ਹਨਾ? ਬਾਬਰਨਾਮਾ ਆਪਾਂ ਇਹਨੂੰ ਕਹਿ ਦਿੰਦੇ ਆ। ਇਹ ਕੀ ਹੈ ਜੀ? ਬਾਬਰਨਾਮਾ। ਬਾਬਰਨਾਮਾ ਜਿਹੜਾ ਕਿ ਜਦੋਂ ਤੁਰਕੀ ਦੇ ਵਿੱਚ ਲਿਖਿਆ ਗਿਆ ਤਾਂ ਉਹਨੂੰ ਤੁਜਕੇ ਬਾਬਰੀ ਦਾ ਨਾਮ ਦਿੱਤਾ। ਉਸ ਤੋਂ ਬਾਅਦ ਅਬਦੁਲ ਰਹੀਮ ਖਾਨਾ ਨੇ ਉਹਨੂੰ ਫਾਰਸੀ ਦੇ ਵਿੱਚ ਕਨਵਰਟ ਕੀਤਾ ਤਾਂ ਉਹਨੂੰ ਅਸੀਂ ਬਾਬਰਨਾਮਾ ਦਾ ਨਾਮ ਦਿੰਦੇ ਆ। ਤਾਂ ਤੁਸੀਂ ਮੰਨ ਕੇ ਚਲੋ ਜੀ ਬਾਬਰਨਾਮਾ। ਤਾਂ ਹੁਣ ਹਿਸਟਰੀ ਦੇ ਤਿੰਨੋਂ ਐਸਪੈਕਟਸ ਇੱਥੇ ਕਲੀਅਰ ਹੋ ਚੁੱਕੇ ਨੇ। ਇੱਕ ਚੀਜ਼ ਇਵੈਂਟ ਪਾਣੀਪਤ ਦੀ ਲੜਾਈ ਹੋਈ। ਜਦੋਂ ਤੁਹਾਨੂੰ ਸਵਾਲ ਆਉਂਦਾ ਕਿ 1526 ਚ ਕੀ ਹੋਇਆ, ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ, ਪਾਣੀਪਤ ਦੀ ਪਹਿਲੀ ਲੜਾਈ ਕਿਹਦੇ ਵਿਚਕਾਰ ਹੋਈ, ਤਾਂ ਜਦੋਂ ਇਸ ਤਰ੍ਹਾਂ ਦੇ ਕੁਐਸਚਨਸ ਆ ਰਹੇ ਆ ਸਾਨੂੰ, ਤਾਂ ਤੁਸੀਂ ਕੀ ਸਮਝ ਰਹੇ ਹੋ ਕਿ ਉਹ ਸਾਰੇ ਕੁਐਸਚਨਸ ਇਵੈਂਟ ਚੋਂ ਆ ਰਹੇ ਨੇ, ਘਟਨਾ ਚੋਂ ਆ ਰਹੇ ਨੇ। ਫਿਰ ਪਾਣੀਪਤ ਦੀ ਲੜਾਈ ਚੋਂ ਕੌਣ ਜਿੱਤਿਆ, ਕੌਣ ਹਾਰਿਆ, ਕਿਹਦਾ ਰਾਜ ਖਤਮ ਹੋਇਆ, ਕਿਹੜਾ ਰਾਜ ਆਇਆ, ਹਨਾ? ਇਹ ਚੀਜ਼ ਦੀ ਜਦੋਂ ਤੁਸੀਂ ਗੱਲ ਕਰ ਰਹੇ ਹੋ ਤਾਂ ਇਟ ਮੀਨਸ ਇਹ ਇੰਪੈਕਟ ਦੀ ਗੱਲ ਹੁੰਦੀ ਹੈ ਜੀ। ਫਿਰ ਬਾਬਰ ਦੀ ਜੀਵਨੀ ਦਾ ਕੀ ਨਾਮ, ਪਾਣੀਪਤ ਬਾਰੇ ਸਾਨੂੰ ਕਿੱਥੋਂ ਪਤਾ ਲੱਗਦਾ, ਵਗੈਰਾ ਵਗੈਰਾ। ਜਿਵੇਂ ਕਿ ਸਮੁੰਦਰ ਗੁਪਤ ਬਾਰੇ ਸਾਨੂੰ ਇਲਾਹਾਬਾਦੀ ਸਤੰਭ ਤੋਂ ਪਤਾ ਲੱਗਦਾ। ਇਸ ਤਰ੍ਹਾਂ ਦੀਆਂ ਚੀਜ਼ਾਂ। ਤਾਂ ਇਟ ਮੀਨਸ ਉਹ ਕੁਐਸਚਨ ਆ ਰਿਹਾ ਸੋਰਸ ਦੇ ਵਿੱਚੋਂ, ਸਰੋਤ ਦੇ ਵਿੱਚੋਂ। ਹਿਸਟਰੀ ਇਹਨਾਂ ਤਿੰਨਾਂ ਚੀਜ਼ਾਂ ਤੇ ਹੀ ਡਿਪੈਂਡ ਕਰਦੀ ਹੈ। ਇਹ ਤਿੰਨ ਇੰਪੋਰਟੈਂਟ ਐਸਪੈਕਟਸ ਨੇ ਹਿਸਟਰੀ ਨੂੰ ਸਮਝਣ ਲਈ। ਤਾਂ ਤੁਸੀਂ ਕਿਸੇ ਵੀ ਟੈਸਟ ਦੀ ਤਿਆਰੀ ਕਰ ਰਹੇ ਹੋ, ਜਦੋਂ ਤੁਸੀਂ ਉਸ ਟੈਸਟ ਬਾਰੇ ਪੜ੍ਹਨਾ ਸ਼ੁਰੂ ਕਰ ਰਹੇ ਹੋ ਤਾਂ ਕੋਈ ਵੀ ਘਟਨਾ ਪੜ੍ਹ ਰਹੇ ਹੋ, ਕੋਈ ਵੀ ਪ੍ਰਭਾਵ ਪੜ੍ਹ ਰਹੇ ਹੋ, ਕੋਈ ਕਿਸੇ ਵੀ ਕਿਤਾਬ ਬਾਰੇ ਪੜ੍ਹ ਰਹੇ ਹੋ, ਤਾਂ ਤੁਹਾਨੂੰ ਇਹਨਾਂ ਤਿੰਨਾਂ ਪੱਖਾਂ ਤੋਂ ਜਾਣਨਾ ਜ਼ਰੂਰੀ ਹੈ ਜੇ ਵਾਕਿਆ ਹੀ ਤੁਸੀਂ ਹਿਸਟਰੀ ਦੇ ਵਿੱਚ, ਇਤਿਹਾਸ ਦੇ ਵਿੱਚ ਆਪਦੀ ਮਹਾਰਤ ਹਾਸਲ ਕਰਨਾ ਚਾਹੁੰਦੇ ਹੋ। ਇੱਕ ਐਗਜ਼ਾਮਪਲ ਹੋਰ, ਸਿੰਪਲ ਐਗਜ਼ਾਮਪਲ ਨਾਲ ਆਪਾਂ ਇਹਨੂੰ ਖਤਮ ਕਰਦੇ ਹਾਂ ਕਿ ਫੋਰ ਐਗਜ਼ਾਮਪਲ ਤੁਸੀਂ ਮੰਨ ਕੇ ਚਲੋ ਕਿ ਇੱਕ ਆਪਾਂ ਲੈ ਕੇ ਚੱਲੀਏ ਐਗਜ਼ਾਮਪਲ ਕਿ 15 ਅਗਸਤ ਸਿੰਪਲ ਨਾਲ ਬਿਲਕੁਲ ਇਹਨੂੰ 1947। ਹੁਣ ਤੁਸੀਂ ਸਾਰੇ ਜਾਣਦੇ ਹੋ ਇਸ ਦਿਨ ਕੀ ਹੋਇਆ, ਦੇਸ਼ ਆਜ਼ਾਦ ਹੋਇਆ। ਤੁਸੀਂ ਇਹ ਘਟਨਾ ਦੱਸ ਰਹੇ ਹੋ ਮੈਨੂੰ ਇੱਕ, ਹਨਾ? ਕਿ ਇੱਕ ਘਟਨਾ ਵਾਪਰੀ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ। ਹੁਣ ਮੈਂ ਇਹਦਾ ਇੰਪੈਕਟ ਆਖਾਂ, ਆਪਾਂ ਪੰਜਾਬ ਦੇ ਰਹਿਣ ਵਾਲੇ ਆ ਤਾਂ ਸਾਡੇ ਤੇ ਇਹਦਾ ਬੁਰਾ ਇੰਪੈਕਟ ਵੀ ਪਿਆ। ਇੱਕ ਇੰਪੈਕਟ ਤਾਂ ਚਲੋ ਇਹਦਾ ਇਹ ਆ ਗਿਆ ਕਿ ਅੰਗਰੇਜ਼ ਇੱਥੋਂ ਚਲੇ ਗਏ ਤੇ ਸਾਡਾ ਹਿੰਦੁਸਤਾਨੀਆਂ ਦਾ ਰਾਜ ਆ ਗਿਆ। ਇੱਕ ਇੰਪੈਕਟ ਦੀ ਗੱਲ ਕਰ ਰਹੇ ਤੁਸੀਂ। ਦੂਸਰਾ ਇੰਪੈਕਟ ਜਿਵੇਂ ਸੋਸ਼ਲ ਇੰਪੈਕਟ ਦੀ ਗੱਲ ਕਰੀ ਆਪਾਂ ਤਾਂ ਉਹਦੇ 'ਚ ਆਪਾਂ ਇਹ ਗੱਲ ਸਮਝਾਂਗੇ ਕਿ ਜੀ ਦੇਖੋ ਅੰਗਰੇਜ਼ ਤਾਂ ਚਲੇ ਗਏ ਪਰ ਸਾਡਾ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਪਾਕਿਸਤਾਨ ਤੇ ਇੱਧਰ ਹਿੰਦੁਸਤਾਨ ਦਾ ਪੰਜਾਬ ਬਣ ਗਿਆ। ਬੜੀ ਕਤਲੋਗਾਰਤ ਹੋਈ, ਬੜੇ ਲੋਕ ਜਿਹੜੇ ਹੈਗੇ ਇਸ ਕਤਲੋਗਾਰਤ ਦੇ ਵਿੱਚ ਮਾਰੇ ਗਏ, ਹਨਾ? ਤਾਂ ਇਹ ਇੰਪੈਕਟ ਸੀ, ਪ੍ਰਭਾਵ ਇਸ ਇਵੈਂਟ ਦਾ ਚੰਗਾ ਨਿਕਲਿਆ ਬੁਰਾ ਨਿਕਲਿਆ ਤੁਹਾਡੇ ਤੇ ਡਿਪੈਂਡ ਕਰਦਾ। ਫਿਰ ਸੋਰਸ, ਸਰੋਤ, ਇਸ ਇਵੈਂਟ ਬਾਰੇ ਸਾਨੂੰ ਪਤਾ ਕਿੱਥੋਂ ਲੱਗਦਾ? ਤਾਂ ਇਹ ਚੀਜ਼ ਤੁਸੀਂ ਇਹਦੇ ਲਈ ਤਾਂ ਬੜੇ ਸਾਰੇ ਸੋਰਸਸ ਨੇ। ਤੁਸੀਂ ਨੈਸ਼ਨਲ ਲਾਇਬ੍ਰੇਰੀ ਜਾ ਸਕਦੇ ਹੋ, ਤੁਸੀਂ YouTube ਕਰ ਸਕਦੇ ਹੋ, ਬੜੀਆਂ ਸਾਰੀਆਂ ਕਿਤਾਬਾਂ ਨੇ, ਡਾਕੂਮੈਂਟਸ ਪਏ ਨੇ ਅਫੀਸ਼ੀਅਲ ਜੋ ਇਸ ਚੀਜ਼ ਦੇ ਸੋਰਸ ਨੇ। ਤਾਂ ਇਹ ਨਵੀਂ ਘਟਨਾ ਤਾਂ ਬੜੇ ਸਾਰੇ ਸੋਰਸ ਨੇ। ਤਾਂ ਮੈਂ ਜੋ ਇੱਥੋਂ ਤੱਕ ਸਮਝਾਉਣਾ ਤੁਹਾਨੂੰ ਚਾਹ ਰਿਹਾ ਉਹ ਇਹੀ ਚੀਜ਼ ਆ ਕਿ ਹਿਸਟਰੀ ਇੱਕ ਐਸਾ ਕਨਸੈਪਟ ਆ ਜਿਹੜਾ ਗ੍ਰੀਕ ਯੂਨਾਨ ਤੋਂ ਸ਼ੁਰੂ ਹੋਇਆ। ਉਹਦੇ ਵਿੱਚ ਬੇਸਿਕਲੀ ਉਹ ਬੇਸਡ ਕਾਹਦੇ ਤੇ ਆ, ਲੰਘੀਆਂ ਹੋਈਆਂ ਘਟਨਾਵਾਂ ਤੇ, ਉਹਨਾਂ ਦਾ ਕੀ ਪ੍ਰਭਾਵ ਪਿਆ ਤੇ ਸਾਨੂੰ ਪਤਾ ਕਿੱਥੋਂ ਲੱਗਦਾ, ਸੋਰਸ ਕੀ ਆ। ਇਹਨੂੰ ਮਿਲਾ ਕੇ ਅਸੀਂ ਇਸ ਨੂੰ ਹਿਸਟਰੀ ਕਹਿੰਦੇ ਆ ਜੀ। ਠੀਕ ਹੈ ਜੀ, ਤੁਸੀਂ ਇਸ ਗੱਲ ਨੂੰ ਸਮਝ ਗਏ ਹੋਵੋਗੇ। ਅੱਗੇ ਚੱਲਦੇ ਹਾਂ ਜੀ ਆਪਾਂ। ਅੱਗੇ ਨੈਕਸਟ ਹੈ ਹੁਣ ਜੋ ਬੰਦਾ ਇਹਨਾਂ ਸਾਰੇ ਐਸਪੈਕਟਸ ਤੇ ਖੋਜ ਪੜਤਾਲ ਕਰਦਾ ਉਹਨੂੰ ਅਸੀਂ ਹਿਸਟੋਰੀਅਨ ਕਹਿ ਦਿੰਦੇ ਆ। ਠੀਕ ਹੈ ਜੀ, ਹਿਸਟਰੀ ਤੇ ਖੋਜ ਪੜਤਾਲ ਕਰਨ ਵਾਲਾ, ਉਹਨੂੰ ਤਰਕ ਦੇ ਆਧਾਰ ਤੇ ਜਾਣਨ ਵਾਲਾ, ਪੁਰਾਣੇ ਲੰਘੇ ਹੋਏ ਸਮੇਂ ਦੇ ਵਿੱਚ ਇਵੈਂਟਸ ਜਾਂ ਤੁਸੀਂ ਗੱਲ ਕਰੋ ਇੰਪੈਕਟ, ਸੋਰਸ, ਇਹਨਾਂ ਦੇ ਬੇਸ ਤੇ ਜੋ ਖੋਜ ਪੜਤਾਲ ਕਰਦਾ ਉਹਨੂੰ ਅਸੀਂ ਹਿਸਟੋਰੀਅਨ ਕਹਿ ਦਿੰਦੇ ਆ। ਠੀਕ ਹੈ ਜੀ, ਇੱਕ ਸ਼ਬਦ ਆਉਂਦਾ ਹਿਸਟੋਗ੍ਰਾਫੀ। ਹਿਸਟੋਗ੍ਰਾਫੀ ਦਾ ਮਤਲਬ ਆ ਜੋ ਇਵੈਂਟਸ ਨੂੰ ਢਾਂਚਾਬੰਦ ਸਹੀ ਤਰੀਕੇ ਨਾਲ ਲਿਖਤ ਪੜ੍ਹਤ ਕਰਦਾ ਤੇ ਉਹਨੂੰ ਲੰਘੇ ਹੋਏ ਸਮੇਂ ਦੀ ਹਿਸਟਰੀ ਨੂੰ ਇੱਕ ਡਾਕੂਮੈਂਟਸ ਦੇ ਵਿੱਚ ਬਦਲ ਦਿੰਦਾ, ਉਹਨੂੰ ਅਸੀਂ ਹਿਸਟੋਗ੍ਰਾਫੀ ਕਹਿ ਦਿੰਦੇ ਹਾਂ। ਠੀਕ ਹੈ ਜੀ, ਇਹ ਸਿੰਪਲ ਆ ਜੀ। ਅੱਗੇ ਚੱਲਦੇ ਹਾਂ ਜੀ।
ਹੁਣ ਜਦੋਂ ਅਸੀਂ ਹਿਸਟਰੀ ਦੀ ਗੱਲ ਕਰਦੇ ਹਾਂ ਤਾਂ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਕਿ ਜਿਹੜਾ ਸਭ ਤੋਂ ਪਹਿਲਾਂ ਜਿਹਨੇ ਇਹ ਕੰਮ ਕੀਤਾ ਉਹ ਕੌਣ ਸੀ? ਹੈਰੋਡੋਟਸ। ਠੀਕ ਹੈ ਜੀ, ਤਾਂ ਕਰਕੇ ਇਸ ਨੂੰ ਫਾਦਰ ਆਫ ਵਰਲਡ ਹਿਸਟਰੀ ਕਿਹਾ ਜਾਂਦਾ ਹੈ। ਹੈਰੋਡੋਟਸ ਫਾਦਰ ਆਫ ਵਰਲਡ ਹਿਸਟਰੀ ਇਹਨੂੰ ਕਿਹਾ ਜਾਂਦਾ ਹੈ। ਦੁਨੀਆ ਦੇ ਇਤਿਹਾਸ ਦਾ ਪਿਤਾਮਾ ਜਾਂ ਇਤਿਹਾਸ ਦਾ ਪਿਤਾਮਾ ਹੈਰੋਡੋਟਸ। ਇਹ ਕਈ ਪੇਪਰਾਂ ਦੇ ਵਿੱਚ ਕੁਐਸਚਨ ਆ ਜਾਂਦਾ ਕਿ ਇਤਿਹਾਸ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ? ਹੈਰੋਡੋਟਸ ਨੂੰ ਕਿਹਾ ਜਾਂਦਾ। ਇਹ ਵੀ ਗ੍ਰੀਕ ਸੀਗਾ ਜੀ, ਯੂਨਾਨ ਨਾਲ ਸੰਬੰਧਿਤ ਹੀ ਸੀ ਇਹ। ਹੁਣ ਅਗਲਾ ਸਵਾਲ ਆ ਕਿ ਭਾਰਤੀ ਇਤਿਹਾਸ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ? ਤਾਂ ਇਹਦਾ ਜਵਾਬ ਹੈਗਾ ਜੀ ਕਲਹਨ। ਕਲਹਨ ਨੂੰ ਭਾਰਤੀ ਇਤਿਹਾਸ ਦਾ ਪਿਤਾਮਾ ਕਿਹਾ ਜਾਂਦਾ ਹੈ। ਕਲਹਨ ਨੇ ਕੀ ਲਿਖਿਆ? ਰਾਜ ਤਰੰਗਨੀ, ਹਨਾ, ਇਹ ਰਾਜ ਤਰੰਗਨੀ। ਕਲਹਨ ਨੇ ਰਾਜ ਤਰੰਗਨੀ ਲਿਖੀ। ਰਾਜ ਤਰੰਗਨੀ ਬੇਸਿਕਲੀ ਕਸ਼ਮੀਰ ਦਾ ਇਤਿਹਾਸ ਸੀਗਾ, ਹਿਸਟਰੀ ਆਫ ਕਸ਼ਮੀਰ। ਠੀਕ ਹੈ ਜੀ, ਕਸ਼ਮੀਰ ਦਾ ਇਤਿਹਾਸ ਸੀ ਰਾਜ ਤਰੰਗਣੀ। ਹੁਣ ਇਹ ਅਸੀਂ ਇੱਕ ਸਵਾਲ ਤਾਂ ਇੱਥੇ ਹੱਲ ਕਰ ਲਿਆ ਕਿ ਵਿਸ਼ਵ ਇਤਿਹਾਸ ਦਾ ਪਿਤਾਮਾ ਜਾਂ ਇਤਿਹਾਸ ਦਾ ਪਿਤਾਮਾ ਹੈਰੋਡੋਟਸ ਨੂੰ ਕਹਿੰਦੇ ਆ, ਤੇ ਭਾਰਤੀ ਇਤਿਹਾਸ ਦਾ ਪਿਤਾਮਾ ਅਸੀਂ ਰਾਜ ਤਰੰਗਣੀ ਜਿਨ੍ਹਾਂ ਨੇ ਲਿਖੀ ਕਲਹਨ ਨੂੰ ਕਹਿੰਦੇ ਆ। ਪਰ ਦੇਖਣ ਵਾਲਾ ਕਿ ਇਹ ਤਾਂ ਲਗਭਗ ਤੁਸੀਂ ਮੰਨ ਕੇ ਚੱਲੋ ਕਿ ਲਗਭਗ ਇਹ ਤਾਂ ਯਿਸੂ ਮਸੀਹ ਤੋਂ 200-300 ਸਾਲ ਪਹਿਲਾਂ ਦਾ ਹੈਗਾ ਹੈਰੋਡੋਟਸ ਤਾਂ। ਠੀਕ ਹੈ ਜੀ, ਕਲਹਨ ਇਹ BC ਨਾਲ ਸੰਬੰਧਿਤ ਆ ਜੀ, ਇਹ AD ਨਾਲ ਸੰਬੰਧਿਤ ਆ ਜੀ। ਕਲਹਨ ਇਹ ਤਾਂ 11ਵੀਂ-12ਵੀਂ ਸਦੀ ਦੇ ਵਿੱਚ ਲਗਭਗ ਜਿਹੜਾ ਹੈਗਾ ਹੋਇਆਗਾ ਕਲਹਨ। ਫਿਰ ਇੰਨਾ ਸਮਾਂ ਜਿਹੜਾ ਵਿਚਕਾਰਲਾ ਵਕਫਾ ਲਗਭਗ ਤੁਸੀਂ ਮੰਨ ਕੇ ਚੱਲੋ ਕਿ 1200-1300 ਸਾਲ, ਕੀ ਉਸ ਦੇ ਵਿੱਚ ਹਿਸਟਰੀ ਕਿਸੇ ਨੇ ਲਿਖੀ ਨਹੀਂ ਇੰਡੀਆ ਦੇ ਵਿੱਚ? ਕੀ ਕਿਸੇ ਨੂੰ ਅਸੀਂ ਹਿਸਟਰੀ ਦਾ ਪਿਤਾਮਾ ਕਹਿ ਨਹੀਂ ਸਕਦੇ? ਹਾਲਾਂਕਿ ਇਹਨਾਂ ਦੋਨਾਂ ਦੇ ਵਿਚਕਾਰ ਜੋ ਗੈਪ ਆ, ਇਸੇ ਗੈਪ ਦੇ ਵਿੱਚ ਤੁਸੀਂ ਗੱਲ ਕਰੋਗੇ ਕਿ ਮਹਾਭਾਰਤ, ਹਨਾ, ਰਮਾਇਣ ਜਾਂ ਫਿਰ ਆਪਣੇ ਚਾਰੋਂ ਵੇਦ, ਇਹ ਸਭ ਕੁਝ ਇਹਨਾਂ ਦੋਨਾਂ ਦੇ ਵਿਚਕਾਰਲੇ ਸਮੇਂ 'ਚ ਲਿਖਿਆ ਗਿਆ। ਤਾਂ ਮੈਂ ਜੋ ਗੱਲ ਕਹਿਣਾ ਚਾਹ ਰਿਹਾ ਉਹ ਇਹ ਆ ਕਿ ਜੇ ਵਰਲਡ ਹਿਸਟਰੀ ਦਾ ਪਿਤਾਮਾ ਹੈਰੋਡੋਟਸ ਨੂੰ ਕਿਹਾ ਜਾਂਦਾ, ਕਲਹਨ ਨੂੰ ਭਾਰਤੀ ਇਤਿਹਾਸ ਦਾ ਪਿਤਾਮਾ ਕਿਹਾ ਜਾਂਦਾ, ਇਹਨਾਂ ਦੋਨਾਂ ਦੇ ਵਿੱਚ ਜੀਵਨ ਦੇ ਵਿੱਚ 13 ਤੋਂ 14 ਸਾਲ ਦਾ ਫਰਕ ਆ। ਉਸ 14 ਸਾਲ ਦੇ ਫਰਕ ਦੇ ਵਿੱਚ ਮਹਾਭਾਰਤ ਵੀ ਲਿਖੀ ਗਈ ਆ, ਰਮਾਇਣ ਵੀ ਲਿਖੀ ਗਈ ਆ, ਵੇਦ ਵੀ ਲਿਖੇ ਗਏ ਆ। ਤਾਂ ਕਿਉਂ ਨਹੀਂ ਅਸੀਂ, ਹਨਾ, ਵਾਲਮੀਕ ਜੀ ਨੂੰ, ਵੇਦ ਵਿਆਸ ਜੀ ਨੂੰ ਹਿਸਟਰੀ ਦਾ ਪਿਤਾਮਾ ਕਹਿੰਦੇ? ਇਹ ਗੱਲ ਸਮਝਣ ਯੋਗ ਆ। ਐਕਚੁਅਲ ਦੇ ਵਿੱਚ ਇਸ ਗੱਲ ਨੂੰ ਅੱਛੇ ਤਰੀਕੇ ਨਾਲ ਸਮਝਣ ਲਈ ਅਸੀਂ 1 ਮਿੰਟ ਦਾ ਸਮਾਂ ਲਾਵਾਂਗੇ ਕਿ ਹੈ ਕੀ ਜੀ। ਦੇਖੋ, ਦੋ ਗੱਲਾਂ ਨੇ। ਇੱਕ ਤਾਂ ਹੈ ਜੀ ਹਿਸਟਰੀ, ਠੀਕ ਹੈ ਜੀ, ਇੱਕ ਹੈ ਜੀ ਨੈਰੇਟਿਵ। ਨੈਰੇਟਿਵ ਦਾ ਮਤਲਬ ਹੁੰਦਾ ਹੈ ਬਿਰਤਾਂਤ। ਬਿਰਤਾਂਤ। ਹਿਸਟਰੀ ਦਾ ਮਤਲਬ ਇਤਿਹਾਸ, ਤੁਸੀਂ ਸਮਝਦੇ। ਹਿਸਟਰੀ ਸਿਰਫ ਉਹੀ ਚੀਜ਼ ਹੁੰਦੀ ਹੈ ਜੀ ਜਦੋਂ ਤੁਸੀਂ ਲਿਖ ਰਹੇ ਹੋ ਜਿਸ ਚੀਜ਼ ਨੂੰ, ਉਹ ਪਾਸਟ ਨਾਲ ਸੰਬੰਧਿਤ ਹੋਵੇ, ਉਹਨੂੰ ਹੀ ਅਸੀਂ ਹਿਸਟਰੀ ਕਹਿੰਦੇ ਆ। ਜੋ ਤੁਸੀਂ ਅੱਜ ਵੀ, ਜੇ ਆਪਾਂ ਪ੍ਰੈਜ਼ੈਂਟ ਟਾਈਮ 'ਚ ਗੱਲ ਕਰੀਏ, ਫੋਰ ਐਗਜ਼ਾਮਪਲ ਅੱਜ ਅਸੀਂ, ਜਦੋਂ ਤੁਸੀਂ ਅੱਜ ਬੈਠ ਕੇ ਭਗਤ ਸਿੰਘ ਬਾਰੇ ਲਿਖ ਰਹੇ ਹੋ, ਜਾਂ ਤੁਸੀਂ ਆਜ਼ਾਦੀ ਬਾਰੇ ਲਿਖ ਰਹੇ ਹੋ, ਜਾਂ ਤੁਸੀਂ ਚੰਦਰ ਸ਼ੇਖਰ ਆਜ਼ਾਦ ਬਾਰੇ ਲਿਖ ਰਹੇ ਹੋ, ਉਹਦੇ ਤੇ ਕੋਈ ਰਿਸਰਚ ਕਰ ਰਹੇ ਹੋ, ਉਹਨਾਂ ਬਾਰੇ ਕੋਈ ਨਵੀਆਂ ਘਟਨਾਵਾਂ ਨੂੰ ਬਾਹਰ ਲੈ ਕੇ ਆ ਰਹੇ ਹੋ, ਕੋਈ ਜ਼ਿੰਦਗੀ ਦੇ ਨਵੇਂ ਪਹਿਲੂਆਂ ਨੂੰ ਬਾਹਰ ਲੈ ਕੇ ਆ ਰਹੇ ਹੋ, ਤਾਂ ਇਟ ਮੀਨਸ ਤੁਸੀਂ ਹਿਸਟਰੀ ਲਿਖ ਰਹੇ ਹੋ। ਜਦੋਂ ਤੁਸੀਂ ਪ੍ਰੈਜ਼ੈਂਟ ਟਾਈਮ ਦੇ ਵਿੱਚ ਬੈਠੇ ਹੋ ਤੇ ਲੰਘੇ ਹੋਏ ਸਮੇਂ ਬਾਰੇ ਲਿਖ ਰਹੇ ਹੋ, ਇਹਨੂੰ ਅਸੀਂ ਹਿਸਟਰੀ ਕਹਿੰਦੇ ਆ। ਇੱਕ ਹੁੰਦਾ ਜੀ ਕਿ ਤੁਸੀਂ ਅੱਜ ਇੱਥੇ ਬੈਠ ਕੇ ਜੋ ਸਾਡਾ ਕਿਸਾਨ ਅੰਦੋਲਨ ਚੱਲ ਰਿਹਾ, ਤੁਸੀਂ ਉਹਦੇ ਬਾਰੇ ਲਿਖ ਰਹੇ ਹੋ, ਰਿਸਰਚ ਕਰ ਰਹੇ ਹੋ, ਤੁਸੀਂ ਅੱਜ ਆਹ ਘਟਨਾ ਵਾਪਰੀ, ਕੱਲ ਆਹ ਵਾਪਰੀ, ਇਸ ਚੀਜ਼ ਬਾਰੇ ਲਿਖ ਰਹੇ ਹੋ। ਤੁਸੀਂ ਪ੍ਰੈਜ਼ੈਂਟ ਟਾਈਮ ਬਾਰੇ ਲਿਖ ਰਹੇ ਹੋ, ਇਹਨੂੰ ਅਸੀਂ ਬੋਲਦੇ ਹਾਂ ਨੈਰੇਟਿਵ। ਬਿਰਤਾਂਤ, ਜੋ ਵਾਪਰ ਰਿਹਾ ਉਹਨੂੰ ਲਿਖ ਰਹੇ ਹੋ ਤੁਸੀਂ। ਇਹ ਤੁਹਾਡਾ ਲਿਖਿਆ ਹੋਇਆ ਬਿਰਤਾਂਤ ਜਦੋਂ 100 ਸਾਲਾਂ ਨੂੰ ਪੜ੍ਹਿਆ ਜਾਊਗਾ,
ठीक है ਉਹਨੂੰ ਅਸੀਂ ਹਿਸਟਰੀ ਦਾ ਕਹਿ ਦਾਂਗੇ, ਪਰ ਐਕਚੁਅਲ ਦੇ ਵਿੱਚ ਉਹ ਨੈਰੇਟਿਵ ਹੋਊਗਾ, ਕਿਉਂਕਿ 100 ਸਾਲ ਬਾਅਦ ਵੀ ਜੋ ਪੜ੍ਹ ਰਿਹਾ ਉਹ ਤੁਹਾਡੇ ਪ੍ਰੈਜ਼ੈਂਟ ਟਾਈਮ ਨੂੰ ਪੜ੍ਹ ਰਿਹਾ, ਨਾ ਕਿ ਤੁਸੀਂ ਤੁਹਾਡੀ ਹਿਸਟਰੀ ਬਾਰੇ ਲਿਖੀ ਹੋਈ, ਪਾਸਟ ਬਾਰੇ ਲਿਖੀ ਹੋਈ ਕਿਸੇ ਰਚਨਾ ਨੂੰ ਪੜ੍ਹ ਰਿਹਾ। ਤਾਂ ਬੇਸਿਕਲੀ ਕੀ ਆ ਜੀ, ਜਦੋਂ ਅਸੀਂ ਮਹਾਭਾਰਤ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਰਮਾਇਣ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਵੇਦਾਂ ਦੀ ਗੱਲ ਕਰਦੇ ਹਾਂ, ਉਹ ਸਾਰੇ ਨੈਰੇਟਿਵਸ ਨੇ, ਬਿਰਤਾਂਤ ਨੇ, ਉਸ ਸਮੇਂ ਦੇ ਪ੍ਰੈਜ਼ੈਂਟ ਬਾਰੇ ਲਿਖੇ ਹੋਏ ਨੇ। ਤਾਂ ਕਰਕੇ ਅਸੀਂ ਉਹਨਾਂ ਨੂੰ ਉਹਨਾਂ ਦੇ ਲੇਖਕਾਂ ਨੂੰ ਜਾਂ ਉਹ ਜਿਨ੍ਹਾਂ ਨੇ ਉਹ ਰਚਨਾਵਾਂ ਲਿਖੀਆਂ ਨੇ ਉਹਨਾਂ ਨੂੰ ਅਸੀਂ ਫਾਦਰ ਆਫ ਇੰਡੀਅਨ ਹਿਸਟਰੀ ਨਹੀਂ ਕਹਿੰਦੇ। ਫਾਦਰ ਆਫ ਇੰਡੀਅਨ ਹਿਸਟਰੀ ਜੋ ਸਾਨੂੰ ਪ੍ਰਾਂਤਨ ਤੋਂ ਪ੍ਰਾਂਤਨ ਇੱਕ ਹਿਸਟਰੀ ਨਾਲ ਰਿਲੇਟਡ ਕਿਤਾਬ ਮਿਲਦੀ, ਉਹ ਰਾਜ ਤਰੰਗਣੀ ਆ, ਜੋ ਕਲਹਨ ਨੇ ਕਸ਼ਮੀਰ ਦੇ ਇਤਿਹਾਸ ਬਾਰੇ ਰਾਜ ਤਰੰਗਣੀ ਦੇ ਵਿੱਚ ਲਿਖਿਆ ਹੋਇਆ। ਤਾਂ ਕਰਕੇ ਅਸੀਂ ਉਹਨੂੰ ਜਿਹੜਾ ਹੈਗਾ ਫਾਦਰ ਆਫ ਇੰਡੀਅਨ ਹਿਸਟਰੀ ਕਹਿੰਦੇ ਆ ਜੀ। ਠੀਕ ਹੈ ਜੀ, ਚਲੋ ਬੇਸਿਕ ਜਾਣ ਪਛਾਣ ਸਾਡੀ ਖਤਮ ਹੁੰਦੀ ਹੈ, ਅੱਗੇ ਚੱਲਦੇ ਹਾਂ। ਅਸੀਂ ਦੋਨੋਂ ਹੀ ਪੁਆਇੰਟ ਆਫ ਵਿਊ ਤੋਂ ਦੇਖੀਏ, ਜਿਵੇਂ ਆਪਾਂ ਚਰਚਾ ਕੀਤੀ ਕਿ ਇੱਕ ਸਾਡਾ ਮਾਸਟਰ ਕੇਡਰ ਦਾ ਪੇਪਰ ਆ ਤੇ ਇੱਕ ਸਾਡਾ ਟੈਟ ਦਾ ਪੇਪਰ ਆ। ਜਦੋਂ ਅਸੀਂ ਹਿਸਟਰੀ ਨੂੰ ਦੇਖਦੇ ਹਾਂ ਤਾਂ ਹਿਸਟਰੀ ਵਿਸ਼ਾ ਜੀ ਜੋ ਇਹਨੂੰ ਮੋٹے ਰੂਪ ਦੇ ਵਿੱਚ ਵੈਸੇ ਤਾਂ ਤੁਸੀਂ ਜਾਣਦੇ ਹੋ ਸਾਰੇ ਕਿ ਇੱਕ ਤਾਂ ਇੰਡੀਅਨ ਹਿਸਟਰੀ ਦੇ ਵਿੱਚ ਵੰਡਿਆ ਜਾਂਦਾ ਜੀ, ਹਨਾ ਜੀ। ਇੰਡੀਅਨ ਹਿਸਟਰੀ ਦੇ ਵਿੱਚ ਇਹਦੇ 3 ਪਾਰਟ ਨੇ, ਜਿਵੇਂ ਕਿ ਇੱਕ ਐਂਸ਼ੀਅੰਟ ਹਿਸਟਰੀ ਆ, ਇੱਕ ਮੈਡੀਵਲ ਹਿਸਟਰੀ ਆ ਜੀ, ਤੇ ਇੱਕ ਮਾਡਰਨ ਹਿਸਟਰੀ ਆ। ਠੀਕ ਹੈ ਜੀ। ਇੱਕ ਹਿਸਟਰੀ ਦਾ ਪਾਰਟ ਹੈਗਾ ਜੀ ਸਾਡੀ ਸਟੇਟ ਨਾਲ ਸੰਬੰਧਿਤ, ਜਿਹਨੂੰ ਅਸੀਂ ਪੰਜਾਬ ਹਿਸਟਰੀ ਕਹਿੰਦੇ ਆ। ਇੱਕ ਹਿਸਟਰੀ ਦਾ ਪਾਰਟ ਹੈਗਾ ਜੀ ਦੁਨੀਆ ਨਾਲ ਸੰਬੰਧਿਤ, ਵਰਲਡ ਹਿਸਟਰੀ। ਠੀਕ ਹੈ ਜੀ, ਵਰਲਡ ਹਿਸਟਰੀ। ਤਾਂ ਟੈਟ ਦੇ ਪੁਆਇੰਟ ਆਫ ਵਿਊ ਤੋਂ ਤੇ ਮਾਸਟਰ ਕੇਡਰ ਦੇ ਪੁਆਇੰਟ ਆਫ ਵਿਊ ਤੋਂ ਜਦੋਂ ਅਸੀਂ ਦੋਨਾਂ ਚੀਜ਼ਾਂ ਨੂੰ ਰਲਾ ਕੇ ਦੇਖਦੇ ਹਾਂ ਤਾਂ ਸਾਡਾ ਸਿਲੇਬਸ ਆ ਤਾਂ ਹੈ ਹੀ ਹੈ, ਜਿਹੜਾ ਕਿ ਇੰਡੀਅਨ ਹਿਸਟਰੀ ਹੈ। ਇੰਡੀਅਨ ਹਿਸਟਰੀ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ ਅਸੀਂ ਟੈਟ ਤੇ ਮਾਸਟਰ ਕੇਡਰ ਦੋਨਾਂ ਦੇ ਵਿੱਚ ਹੀ ਜਿਹੜੀ ਸਾਡੇ ਸਿਲੇਬਸ ਦੀ ਸ਼ੁਰੂਆਤ ਹੁੰਦੀ ਆ ਉਹ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਹੁੰਦੀ ਹੈ, ਮਤਲਬ ਕਿ ਸਾਡੇ ਹਿੰਦੁਸਤਾਨ ਦੀ ਪਹਿਲੀ ਸਿਵਲਾਈਜੇਸ਼ਨ। ਠੀਕ ਹੈ ਜੀ। ਹਾਲਾਂਕਿ ਉਸ ਤੋਂ ਪਹਿਲਾਂ ਪੱਥਰ ਯੁੱਗ ਸੀ, ਪਰ ਉਹਨੂੰ ਅਸੀਂ ਸਿਵਲਾਈਜੇਸ਼ਨ ਨਹੀਂ ਬੋਲਦੇ, ਉਹਦੇ ਕਈ ਸਾਰੇ ਕਾਰਨ ਨੇ, ਉਹਦੇ ਤੇ ਆਪਾਂ ਅੱਗੇ ਗੱਲ ਕਰਾਂਗੇ। ਤਾਂ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਸਾਡੇ ਸਿਲੇਬਸ ਦੀ ਸ਼ੁਰੂਆਤ ਹੁੰਦੀ ਹੈ। ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਲੈ ਕੇ ਮਾਡਰਨ ਹਿਸਟਰੀ, ਮਤਲਬ ਕਿ ਸਾਡੀ ਆਜ਼ਾਦੀ ਤੱਕ ਦਾ ਜਿਹੜਾ ਇਤਿਹਾਸ ਆ, ਉਹ ਟੈਟ 'ਚ ਵੀ ਤੇ ਮਾਸਟਰ ਕੇਡਰ ਦੋਨਾਂ ਪੁਆਇੰਟ ਆਫ ਵਿਊ ਤੋਂ ਆਊਗਾ। ਫਿਰ ਅਸੀਂ ਗੱਲ ਕਰੀਏ ਪੰਜਾਬ ਹਿਸਟਰੀ। ਪੰਜਾਬ 5+ ਆਬ, ਹਨਾ, ਪੰਜਾਬ 5 ਦਰਿਆਵਾਂ ਦੀ ਧਰਤੀ। ਇਸੇ 5 ਦਰਿਆਵਾਂ ਨੂੰ ਪਹਿਲਾਂ ਸਪਤ ਸਿੰਧੂ ਵੀ ਕਿਹਾ ਗਿਆ, ਮਤਲਬ ਕਿ 7 ਦਰਿਆਵਾਂ ਦੀ ਧਰਤੀ। ਤਾਂ ਇਹ ਹਿਸਟਰੀ ਉਹ ਹਿਸਟਰੀ ਆ, ਉਸ ਇਲਾਕੇ, ਉਸ ਜਗ੍ਹਾ ਦੀ ਹਿਸਟਰੀ ਆ ਜੋ ਉਹਨਾਂ 5 ਦਰਿਆਵਾਂ ਨਾਲ ਸੰਬੰਧਿਤ ਨੇ। ਪਾਕਿਸਤਾਨ ਤੇ ਇੰਡੀਆ ਦੇ ਪੰਜਾਬ ਨੂੰ ਮਿਲਾ ਕੇ ਅਸੀਂ 5 ਦਰਿਆਵਾਂ ਦੀ ਧਰਤੀ ਕਹਿੰਦੇ ਆ। ਹਾਲਾਂਕਿ ਸਪਤ ਸਿੰਧੂ ਜੋ ਰਿਗਵੇਦਿਕ ਕਾਲ ਦੇ ਵਿੱਚ ਗੱਲ ਕੀਤੀ ਗਈ ਆ ਕਿ ਉਦੋਂ 7 ਦਰਿਆਵਾਂ ਦੀ ਧਰਤੀ ਸੀ, ਉਸ ਨੂੰ ਅਸੀਂ ਪੰਜਾਬ ਕਹਿੰਦੇ। ਜਦੋਂ ਅਸੀਂ ਇਕੱਲਾ ਉਸ ਜੀਓਗ੍ਰਾਫੀਕਲ ਏਰੀਏ ਦਾ ਇਤਿਹਾਸ ਨੂੰ ਪੜ੍ਹਨਾ ਸੀ ਤਾਂ ਉਹਨੂੰ ਅਸੀਂ ਪੰਜਾਬ ਹਿਸਟਰੀ ਆਖਾਂਗੇ। ਇਹ ਹਿਸਟਰੀ ਸਾਡੀ ਇਸ ਧਰਤੀ ਨੂੰ ਪੁਰਾਤਨ ਸਮੇਂ ਤੋਂ ਲੈ ਕੇ ਵੈਦਿਕ ਏਰਾ ਤੋਂ, ਫਿਰ ਕਿਸ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਯੂਨਾਨੀ ਇੱਥੇ ਸਿਕੰਦਰ ਰਾਹੀਂ, ਹਨਾ, ਉਹਨਾਂ ਨੇ ਸਾਨੂੰ ਕੀ ਨਾਮ ਦਿੱਤੇ, ਕੀ ਇੱਥੇ ਮਾਹੌਲ ਰਿਹਾ, ਫਿਰ ਮੌਰੀਅਨਸ ਆਏ, ਫਿਰ ਅੱਗੇ ਰਾਜ ਭਾਗ ਚੱਲਦੇ ਰਹਿੰਦੇ ਨੇ, ਉਹਨਾਂ ਦੇ ਵਿੱਚ ਸਾਡੇ ਪੰਜਾਬ ਦੇ ਕੀ ਹਾਲਾਤ ਸੀ, ਉਹਨਾਂ ਬਾਰੇ ਪੜ੍ਹਨਾ ਹੋਊਗਾ ਆਪਾਂ। ਫਿਰ ਇਸ ਤੋਂ ਬਾਅਦ ਜਿਹੜਾ ਸਾਡਾ ਮੇਨ ਕਨਸੈਪਟ ਆ ਪੰਜਾਬ ਦੇ ਵਿੱਚ, ਜਦੋਂ ਅਸੀਂ ਗੁਰੂ ਸਾਹਿਬਾਨਾਂ ਦੀ ਹਿਸਟਰੀ ਦੀ ਗੱਲ ਕਰਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਜੀ ਤੱਕ, ਤੇ ਫਿਰ ਗੁਰੂ ਗ੍ਰੰਥ ਸਾਹਿਬ ਜੁਗੋ ਜੁਗੋ ਅਟਲ, ਉਹਨਾਂ ਗੁਰੂ ਸਾਹਿਬਾਨਾਂ ਬਾਰੇ ਪੜ੍ਹਨਾ। ਫਿਰ ਉਸ ਤੋਂ ਬਾਅਦ ਜਿਹੜੇ ਸਾਡੇ ਰਾਜਨੀਤਿਕ ਆਗੂ ਐਲਾਨ ਕੇ ਗਏ ਸੀ ਗੁਰੂ ਗੋਬਿੰਦ ਸਿੰਘ ਜੀ, ਮਤਲਬ ਕਿ ਬੰਦਾ ਸਿੰਘ ਬਹਾਦਰ ਦੀ ਗੱਲ ਕਰਾਂਗੇ ਜੀ। ਬੰਦਾ ਸਿੰਘ ਬਹਾਦਰ ਬਾਰੇ ਪੜਾਂਗੇ। ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖ ਮਿਸਲਾਂ ਬਣਦੀਆਂ ਨੇ ਤੇ ਇੱਕ ਜਿਹੜਾ ਅੱਛਾ ਆਗੂ ਆਉਂਦਾ ਸਾਡੇ ਕੋਲੇ ਜਿਹਨੂੰ ਅਸੀਂ ਨਵਾਬ ਕਪੂਰ ਸਿੰਘ ਕਹਿੰਦੇ ਆ ਜੀ। ਨਵਾਬ ਕਪੂਰ ਸਿੰਘ ਨੇ ਦਲ ਖਾਲਸਾ ਬਣਾਇਆ। ਦਲ ਖਾਲਸਾ ਬਣਿਆ ਤਾਂ 12 ਮਿਸਲਾਂ ਬਣ ਗਈਆਂ ਜੀ। ਉਹਨਾਂ 12 ਮਿਸਲਾਂ ਦਾ ਕਿਸ ਤਰ੍ਹਾਂ ਦਾ ਸਿਸਟਮ ਸੀ, ਕਿਹੜੇ-ਕਿਹੜੇ ਇਲਾਕਿਆਂ 'ਚ ਉਹ ਫੈਲੇ ਨੇ, ਉਹਨਾਂ ਬਾਰੇ ਪੜਾਂਗੇ। ਤੇ ਉਹਨਾਂ 12 ਮਿਸਲਾਂ ਦੇ ਵਿੱਚੋਂ ਇੱਕ ਮਿਸਲ ਨਿਕਲਦੀ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਸ਼ੁਕਰ ਚੱਕੀਆ ਮਿਸਲ, ਹਨਾ। ਸ਼ੁਕਰ ਚੱਕੀਆ ਮਿਸਲ ਨਾਲ ਸੰਬੰਧਿਤ ਸੀ ਰਣਜੀਤ ਸਿੰਘ, ਇੱਕ ਸਾਡਾ ਬਹੁਤ ਹੀ ਖਾਸ ਆਗੂ ਜੋ ਅੱਗੇ ਲੱਗਿਆ ਤੇ ਉਹਨੇ ਹੌਲੀ-ਹੌਲੀ ਬਾਕੀ ਸਾਰੀਆਂ ਮਿਸਲਾਂ ਤੇ ਕੰਟਰੋਲ ਕਰਨਾ ਸ਼ੁਰੂ ਕਰਤਾ ਤੇ ਅੰਤ ਇੱਕ ਖੂਬਸੂਰਤ ਰਾਜ ਪੈਦਾ ਕੀਤਾ ਜਿਹਨੂੰ ਅਸੀਂ ਪੰਜਾਬ ਕਹਿੰਦੇ ਹਾਂ, ਖਾਲਸਾ ਸਰਕਾਰ, ਹਨਾ। ਫਿਰ ਉਹ ਖਾਲਸਾ ਸਰਕਾਰ ਪੰਜਾਬ ਦਾ ਜਿਹੜਾ ਉਹ ਰਾਜ ਬਣਿਆ ਉਹ ਜਾਂਦਾ ਵੀ ਰਿਹਾ। 1849 ਦੇ ਵਿੱਚ ਇੱਥੇ ਅੰਗਰੇਜ਼ ਕਬਜ਼ਾ ਕਰ ਲੈਂਦੇ ਨੇ ਤੇ ਅੰਗਰੇਜ਼ਾਂ ਦੇ ਕਬਜ਼ੇ ਤੱਕ ਸਾਡਾ ਪੰਜਾਬ ਹਿਸਟਰੀ ਆ। ਉਸ ਤੋਂ ਬਾਅਦ ਸਾਨੂੰ ਮਿਲਾ ਦਿੱਤਾ ਜਾਂਦਾ ਹਿੰਦੁਸਤਾਨ, ਮਤਲਬ ਕਿ ਅੰਗਰੇਜ਼ਾਂ ਵਾਲੇ ਹਿੰਦੁਸਤਾਨ ਦੇ ਨਾਲ।
ਇਹ ਪੰਜਾਬ ਹਿਸਟਰੀ ਦੇ ਵਿੱਚ ਟੈਟ ਦੇ ਵਿੱਚ ਤਾਂ ਇਹ ਪੋਰਸ਼ਨ ਨਹੀਂ ਹੈਗਾ, ਮਾਸਟਰ ਕੇਡਰ ਦੇ ਵਿੱਚ ਇੰਪੋਰਟੈਂਟ ਪੋਰਸ਼ਨ ਹੈ, ਤਾਂ ਅਸੀਂ ਇਹਨੂੰ ਬੜੇ ਧਿਆਨ ਨਾਲ ਕਰਨਾ। ਅੱਗੇ ਹੈਗਾ ਜੀ ਵਰਲਡ ਹਿਸਟਰੀ। ਜਦੋਂ ਅਸੀਂ ਵਰਲਡ ਹਿਸਟਰੀ ਦੀ ਗੱਲ ਕਰਦੇ ਹਾਂ ਤਾਂ ਵਰਲਡ ਹਿਸਟਰੀ ਦੇ ਵਿੱਚ ਜੇ ਅਸੀਂ ਮਾਸਟਰ ਕੇਡਰ ਦੇ ਪੁਆਇੰਟ ਆਫ ਟੈਟ 'ਚ ਤਾਂ ਵਰਲਡ ਹਿਸਟਰੀ ਹੈ ਹੀ ਨਹੀਂ, ਠੀਕ ਹੈ ਜੀ। ਤਾਂ ਮਾਸਟਰ ਕੇਡਰ ਦੇ ਪੁਆਇੰਟ ਆਫ ਵਿਊ ਤੋਂ ਜਦੋਂ ਅਸੀਂ ਹਿਸਟਰੀ ਨੂੰ ਦੇਖਦੇ ਹਾਂ ਤਾਂ ਸਾਡੇ ਕੋਲੇ 4 ਪ੍ਰਮੁੱਖ ਰੂਪ ਦੇ ਵਿੱਚ ਕਨਸੈਪਟਸ ਨੇ। ਪਹਿਲਾ ਹੈਗਾ ਜੀ ਰੈਨੇਸੈਂਸ, ਜਿਹਨੂੰ ਪੁਨਰ ਜਾਗਰਣ ਕਿਹਾ ਜਾਂਦਾ। ਫਿਰ ਹੈਗਾ ਜੀ ਰੀਫਾਰਮੇਸ਼ਨ, ਜਿਸ ਨੂੰ ਧਰਮ ਸੁਧਾਰ ਲਹਿਰ ਕਿਹਾ ਜਾਂਦਾ। ਫਿਰ ਹੈ ਜੀ ਵਰਲਡ ਵਾਰ 1 ਅਤੇ ਵਰਲਡ ਵਾਰ 2। ਬੇਸਿਕਲੀ ਵਰਲਡ ਹਿਸਟਰੀ ਦੇ ਨਾਲੋਂ ਜੇ ਇਹਨੂੰ ਅਸੀਂ ਯੂਰਪ ਦੀ ਹਿਸਟਰੀ ਕਹੀਏ ਤਾਂ ਵੀ ਕੋਈ ਅਤਕਥਨੀ ਨਹੀਂ ਹੋਊਗੀ, ਪਰ ਚਲੋ ਵਰਲਡ ਹਿਸਟਰੀ ਆ ਜੀ। ਤਾਂ ਇਸ ਦੇ ਵਿੱਚ ਯੂਰਪ ਦੇ ਵਿੱਚ ਇੱਕ ਧਰਮ ਸੁਧਾਰ ਲਹਿਰ ਉੱਠਦੀ ਹੈ, ਜਿਹਨੂੰ ਰੀਫਾਰਮੇਸ਼ਨ ਕਿਹਾ ਜਾਂਦਾ। ਤਾਂ ਉਸ ਤੋਂ ਪਹਿਲਾਂ ਰੈਨੇਸੈਂਸ ਆ, ਜੋ ਅਸੀਂ ਐਡਵਾਂਸ ਮਾਡਰਨਿਟੀ ਆਉਂਦੀ ਹੈ ਸੋਸਾਇਟੀ ਦੇ ਵਿੱਚ, ਨਵੀਆਂ ਫੈਕਟਰੀਆਂ ਲੱਗਦੀਆਂ ਨੇ, ਨਵੀਆਂ ਖੋਜਾਂ ਹੁੰਦੀਆਂ ਨੇ, ਪੁਰਾਣੀਆਂ ਚੀਜ਼ਾਂ ਨੂੰ ਰਿਜੈਕਟ ਕੀਤਾ ਜਾਂਦਾ ਗਾ, ਨਵੀਆਂ ਪੇਂਟਿੰਗਸ, ਨਵਾਂ ਮਿਊਜ਼ਿਕ, ਸਭ ਕੁਝ, ਜਿਸ ਦੇ ਨਾਲ ਯੂਰਪ ਦੀ ਦਸ਼ਾ ਪੂਰੀ ਤਰੀਕੇ ਨਾਲ ਬਦਲ ਗਈ ਹੈ ਨਾ। ਤਾਂ ਉਹ ਰੈਨੇਸੈਂਸ ਦਾ ਕਨਸੈਪਟ ਆ। ਉਹਦੇ 'ਚ ਕਿਹਨੇ ਕੀ ਖੋਜਿਆ, ਕਿਹਦੀ ਖਾਸ ਪ੍ਰਾਪਤੀ ਸੀ, ਉਪਲਬਧੀ ਸੀ, ਲੋਕਾਂ ਲਈ ਕਿਹਨੇ ਕੁਝ ਕੀਤਾ, ਉਹ ਨਾਮ ਤੇ ਉਹਨਾਂ ਨਾਲ ਸੰਬੰਧਿਤ ਖੋਜਾਂ, ਇਹਦੇ ਬਾਰੇ ਆਪਾਂ ਵਰਲਡ ਹਿਸਟਰੀ ਦੇ ਵਿੱਚ ਪੜ੍ਹਨਾ ਹੋਊਗਾ। ਫਿਰ ਜੇ ਅਸੀਂ ਅੱਗੇ ਗੱਲ ਕਰੀਏ, ਅਗਲਾ ਕਨਸੈਪਟ ਹੈਗਾ ਰੀਫਾਰਮੇਸ਼ਨ। ਰੀਫਾਰਮੇਸ਼ਨ ਮਾਰਟਿਨ ਲੂਥਰ ਨੇ ਜਰਮਨ ਤੋਂ ਸ਼ੁਰੂ ਕੀਤਾ ਜੀ। ਬੇਸਿਕਲੀ ਧਰਮ ਸੁਧਾਰ ਲਹਿਰ, ਚਰਚ ਕੈਥੋਲਿਕ ਜਿਹੜੇ ਕ੍ਰਿਸਚੀਅਨਿਟੀ ਆ, ਉਸ ਧਰਮ ਦੇ ਵਿੱਚ ਬੜੀਆਂ ਸਾਰੀਆਂ ਬੁਰਾਈਆਂ ਪੈਦਾ ਹੋ ਗਈਆਂ। ਬੁਰਾਈਆਂ ਜਦੋਂ ਧਰਮ ਦੇ ਵਿੱਚ ਪੈਦਾ ਹੁੰਦੀਆਂ ਤਾਂ ਜਾਂ ਤਾਂ ਫਿਰ ਕੋਈ ਨਵਾਂ ਧਰਮ ਨਿਕਲਦਾ ਤੇ ਜਾਂ ਫਿਰ ਉਹਨਾਂ ਨੂੰ ਦੂਰ ਕਰਨ ਲਈ ਕੋਈ ਮਹਾਪੁਰਸ਼ ਨਿਕਲਦਾ। ਉਸੇ ਤਰੀਕੇ ਨਾਲ ਉੱਥੇ ਵੀ ਯੂਰਪ 'ਚ ਵੀ ਸੇਮ ਹੋਇਆ। ਯੂਰਪ ਦੇ ਵਿੱਚ ਉਹਨੂੰ ਦੂਰ ਕਰਨ ਲਈ ਮਾਰਟਨ ਲੂਥਰ ਉੱਠਦਾ ਤੇ ਉਹ ਇੱਕ ਪ੍ਰੋਟੈਸਟੈਂਟ ਨਾਮ ਦਾ ਇੱਕ ਨਵਾਂ ਜਿਹੜਾ ਹੈਗਾ ਇੱਕ ਨਵੀਂ ਲੀਗ, ਇੱਕ ਨਵਾਂ ਧਰਮ ਸ਼ੁਰੂ ਕਰ ਦਿੰਦੇ ਨੇ। ਤੇ ਉਸ ਦਰਮਿਆਨ ਜੋ ਘਟਨਾਵਾਂ ਵਾਪਰਦੀਆਂ ਨੇ, ਕਿਸ ਤਰੀਕੇ ਨਾਲ ਜਿਹੜਾ ਹੈਗਾ ਸੁਧਾਰ ਹੁੰਦੇ ਨੇ ਧਰਮ 'ਚ, ਉਹਦੇ ਬਾਰੇ ਅਸੀਂ ਇਹਦੇ 'ਚ ਪੜ੍ਹਨਾ। ਫਿਰ 2 ਕਨਸੈਪਟ ਸਾਡੇ ਕੋਲੇ ਬਾਕੀ ਨੇ, ਇੱਕ ਵਰਲਡ ਹਿਸਟਰੀ ਵਰਲਡ ਵਾਰ 1 ਤੇ ਵਰਲਡ ਵਾਰ 2। ਵਰਲਡ ਵਾਰ 1 ਤੁਸੀਂ ਜਾਣਦੇ ਹੋ ਕਿ ਵਰਲਡ ਵਾਰ 1 ਯੂਰਪ ਦੇ ਦੇਸ਼ਾਂ ਤੋਂ ਸ਼ੁਰੂਆਤ ਹੋਈ। ਆਪਸੀ ਖਹਿਬਾਜ਼ੀਆਂ, ਇੱਕ ਦੂਸਰੇ ਨੂੰ ਜਿਹੜਾ ਹੈਗਾ ਪਿੱਛੇ ਖਿੱਚਣ ਦੀ ਦੌੜ, ਤੇ ਫਿਰ ਆਰਮੀਕਰਨ ਕਰਨਾ ਪੂਰੇ ਦਾ ਪੂਰਾ, ਹੈ ਨਾ, ਮਿਲਟਰਾਈਜੇਸ਼ਨ ਕਰ ਦੇਣਾ, ਪੂਰੇ ਫੌਜਾਂ ਨੂੰ ਤਿਆਰ ਕਰਨਾ, ਵੈਪਨਸ ਤੇ ਖਰਚਾ। ਇਸ ਦੇ ਵਿੱਚ ਜਰਮਨੀ, ਇੰਗਲੈਂਡ, ਫਰਾਂਸ, ਆਸਟਰੀਆ, ਇਹਨਾਂ ਦੇਸ਼ਾਂ ਦਾ ਪ੍ਰਮੁੱਖ ਰੋਲ ਸੀ। ਫਿਰ ਉਸ ਤੋਂ ਬਾਅਦ ਸੈਕੰਡ ਵਰਲਡ ਵਾਰ ਦੇ ਵਿੱਚ ਵੀ ਇਹੀ ਕੁਝ ਵਾਪਰਦਾ, ਅਮਰੀਕਾ ਇੱਕ ਸੁਪਰ ਪਾਵਰ ਬਣ ਕੇ ਨਿਕਲਦਾ। ਫਿਰ ਉਸ ਤੋਂ ਬਾਅਦ ਅਮਰੀਕਾ ਤੇ ਰਸ਼ੀਆ 'ਚ ਜਿਹੜੀ ਹੈਗੀ ਆ ਕੋਲਡ ਵਾਰ ਚੱਲਦੀ ਆ। ਤਾਂ 2 ਵਿਸ਼ਵ ਯੁੱਧ ਲੱਗਦੇ ਨੇ ਜੀ। ਦੋਨਾਂ ਵਿਸ਼ਵ ਯੁੱਧ ਦੇ ਵਿੱਚ ਕਿਹੜੇ ਦੇਸ਼ ਦੇ ਕਿਹੜੇ ਆਗੂ ਸੀ, ਕਿਹਦੀ ਜਿੱਤ ਹੁੰਦੀ ਹੈ, ਕਿਹਦੀ ਹਾਰ ਹੁੰਦੀ ਹੈ, ਕਿਹੜੀਆਂ ਪ੍ਰਮੁੱਖ ਘਟਨਾਵਾਂ ਨੇ, ਇਹਦੇ ਬਾਰੇ ਅਸੀਂ ਵਰਲਡ ਹਿਸਟਰੀ ਦੇ ਵਿੱਚ ਪੜਾਂਗੇ। ਤਾਂ ਸਾਡੇ ਕੋਲੇ ਮਾਸਟਰ ਕੇਡਰ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਆਹ 3 ਸੈਗਮੈਂਟਸ ਨੇ ਜੀ। ਇੱਥੇ ਸਾਡੇ ਕੋਲੇ 4 ਕਨਸੈਪਟ ਨੇ। ਆਹ ਫੁੱਲ ਫਲੈਜ ਜਿਹੜਾ ਹੈਗਾ ਸਾਡੇ ਕੋਲੇ ਕਨਸੈਪਟ ਹੋਊਗਾ। ਆਈ ਥਿੰਕ ਤੁਸੀਂ ਸਮਝ ਗਏ ਹੋਵੋਗੇ। ਵੈਸੇ ਇਹਦੀ ਅਸਲੀ ਸਮਝ ਤਾਂ ਜਦੋਂ ਉਹ ਕਹਿੰਦੇ ਆ ਵੀ ਜਾਂ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ, ਜਦੋਂ ਅਸੀਂ ਇਸ ਚੀਜ਼ ਨੂੰ ਸਮਝਣਾ, ਮੈਂ ਇਹਦੇ ਤੇ ਕੋਈ ਜ਼ਿਆਦਾ ਟਾਈਮ ਨਹੀਂ ਲਾਉਣਾ ਚਾਹੁੰਦਾ ਕਿ ਮੈਂ ਇੱਥੇ ਐਕਸਪਲੇਨ ਕਰਾਂ ਬਹੁਤ ਜ਼ਿਆਦਾ ਸਿਲੇਬਸ ਨੂੰ, ਕਿਉਂਕਿ ਬੇਸਿਕਲੀ ਆਪਾਂ ਉਸ ਐਕਸਪਲੇਨੇਸ਼ਨ ਦਾ ਤੁਸੀਂ ਸਾਰੇ ਉਸ ਸਮਝਦਾਰ ਹੋ, ਕਿਉਂਕਿ ਮਾਸਟਰ ਕੇਡਰ ਦੇ ਪੁਆਇੰਟ ਆਫ ਵਿਊ ਤੇ ਤੁਹਾਨੂੰ ਸਿਲੇਬਸ ਦੱਸਣਾ, ਉਹਦੇ ਬਾਰੇ ਡਿਸਕਸ ਕਰ ਸਕਦੇ ਹਾਂ, ਆਪਾਂ ਥੋੜਾ ਕਰ ਰਹੇ ਹਾਂ, ਬਟ ਬਾਕੀ ਜਿਹੜਾ ਹੈਗਾ ਆਪਾਂ ਲੈਕਚਰਸ ਦੇ ਵਿੱਚ ਹੀ ਉਹਨੂੰ ਡਿਸਕਸ ਕਰਾਂਗੇ। ਠੀਕ ਹੈ ਜੀ। ਅਗਲੀ ਗੱਲ ਜੀ, ਹਾਂਜੀ, ਤਾਂ ਅੱਗੇ ਚੱਲਦੇ ਹਾਂ ਜੀ। ਆਪਾਂ ਅੱਗੇ ਜੀ ਕੀ ਹੈ ਕਿ ਸਾਡੇ ਵਿਸ਼ੇ ਨਾਲ ਉਹੀ ਜਾਣ ਪਹਿਚਾਣ ਦੀ ਗੱਲ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਟੂਡੈਂਟਸ ਲਈ, ਵੈਸੇ ਤੁਹਾਨੂੰ ਪਤਾ ਹੋਊ, ਮੈਂ ਮੰਨ ਕੇ ਚੱਲਦਾ ਕਿ ਤੁਹਾਨੂੰ ਇਸ ਚੀਜ਼ ਦੀ ਜਾਣਕਾਰੀ ਹੋਊਗੀ, ਪਰ ਫਿਰ ਵੀ ਮੈਂ ਥੋੜਾ ਕਲੈਰੀਫਾਈ ਕਰਨਾ ਚਾਹਣਾ ਕਿ ਜਦੋਂ ਅਸੀਂ ਲੰਘੇ ਹੋਏ ਸਮੇਂ ਦੇ ਇਤਿਹਾਸ ਨੂੰ ਦੇਖਦੇ ਹਾਂ, ਬੜਾ ਲੰਮਾ ਪੈਂਡਾ ਗਾ, ਬਹੁਤ ਲੰਮਾ ਟਾਈਮ ਪੀਰੀਅਡ ਹੈ ਇੱਕ, ਹੈ ਨਾ। ਉਸ ਸਮੇਂ ਦੇ ਇਤਿਹਾਸ ਨੂੰ ਸੌਖਿਆਂ ਸਮਝ ਸਕੀਏ ਅਸੀਂ, ਤਾਂ ਸਾਡੇ ਵਿਦਵਾਨਾਂ ਨੇ ਕੀ ਕੀਤਾ ਕਿ ਉਹਨੂੰ ਟਾਈਮ ਪੀਰੀਅਡ ਦੇ ਵਿੱਚ ਵੰਡਤਾ ਕਿ ਇੱਕ ਮਾਡਰਨ ਆ ਜੀ, ਇੱਕ ਏਂਸ਼ੀਅੰਟ ਆ ਜੀ, ਇੱਕ ਮੈਡੀਵਲ ਆ ਜੀ, ਹੈ ਨਾ। ਟਾਈਮ ਪੀਰੀਅਡ ਦੇ ਵਿੱਚ ਵੰਡਤਾ ਤਾਂ ਕਿ ਜੋ ਹਿਸਟੋਰੀਅਨਸ ਨੇ, ਜੋ ਇਤਿਹਾਸਕਾਰ ਆਉਣ ਵਾਲੇ ਨੇ, ਉਹਨਾਂ ਨੂੰ ਸੌਖਿਆਂ ਸਮਝ ਆਵੇ। ਤਾਂ ਕਿ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਕੰਮ ਜ਼ਿਆਦਾ ਹੋ ਜਾਂਦਾ ਤਾਂ ਅਸੀਂ ਉਹਦੀ ਵਰਗ ਵੰਡ ਕਰਕੇ ਉਹਨੂੰ ਆਸਾਨੀ ਨਾਲ ਟੁਕੜਿਆਂ ਦੇ ਵਿੱਚ ਕਰ ਲੈਂਦੇ ਹਾਂ। ਤਾਂ ਦੁਨੀਆ ਦੇ ਵਿੱਚ ਵੀ ਇਹੀ ਹੋਇਆ ਜੀ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਉਹਨਾਂ ਮਹਾਨ ਵਿਦਵਾਨਾਂ ਨੇ ਕੀ ਕੀਤਾ ਕਿ ਸਾਡੇ ਇਸ ਦੁਨੀਆ ਦੇ ਸਮੇਂ ਨੂੰ ਇੱਕ ਕੈਲੰਡਰ ਦਾ ਰੂਪ ਦਿੱਤਾ, ਤਾਂ ਕਿ ਡੇਟਸ ਇਸ ਪੂਰੇ ਸਮੇਂ ਨੂੰ ਵਰਗ ਵੰਡ ਕੀਤੀ ਜਾ ਸਕੇ। ਉਹਨੂੰ ਦਿਨਾਂ 'ਚ ਵੰਡਿਆ ਜਾਵੇ, ਦਿਨਾਂ ਨੂੰ ਹਫ਼ਤਿਆਂ 'ਚ, ਹਫ਼ਤਿਆਂ ਨੂੰ ਮਹੀਨਿਆਂ 'ਚ, ਮਹੀਨਿਆਂ ਨੂੰ ਸਾਲਾਂ 'ਚ, ਫਿਰ ਸਦੀਆਂ 'ਚ। ਇਸ ਤਰੀਕੇ ਨਾਲ ਤੁਹਾਡੀ ਸਮਝ ਲੰਘੇ ਹੋਏ ਸਮੇਂ ਦੀਆਂ ਘਟਨਾਵਾਂ ਤੇ ਜ਼ਿਆਦਾ ਬਣ ਜਾਂਦੀ ਹੈ। ਤਾਂ ਜਿਹੜੀ ਮੈਂ ਗੱਲ ਕਰ ਰਹੀ ਸੀ ਕਿ
ਤੁਸੀਂ ਉਸ ਚੀਜ਼ ਨਾਲ ਸ਼ਾयद ਜਾਣੂ ਹੋਵੋਗੇ, पर फिर भी मैं जल्दी च एक कंसैप्ट क्लीयर करना चाहना तो उस तो बाद फिर आप हिस्ट्री की गल करांगे कि देखो जी साडे किहड़ा कैलेंडर चल रहा, ग्रेगोरियन कैलेंडर चल रहा जी साडे इस वक्त। ग्रेगोरियन बेसिकली एक संत का नाम सी। उन्होंने की किया कि यह इंग्लिश कैलेंडर है जी, बेसिकली तो वैसे तो लैटिन तो शुरू होया, पर अंग्रेज़ों ने ਜਿਹੜੇ ਜਿਹੜੇ ਦੇਸ਼ਾਂ 'ਚ ਰਾਜ ਕੀਤਾ, ਇੰਗਲੈਂਡ ਵਾਲਿਆਂ ਨੇ, ਤਾਂ ਉੱਥੇ ਉਹਨਾਂ ਦੇਸ਼ਾਂ ਨੇ ਲਗਭਗ ਇਹੀ ਕੈਲੰਡਰ ਨੂੰ ਜਿਹੜਾ ਹੈਗਾ ਲਾਗੂ ਕੀਤਾ ਆਪਦੇ ਸਿਸਟਮ ਦੇ ਵਿੱਚ। ਵੈਸੇ ਦੁਨੀਆ ਦੇ ਵਿੱਚ ਬੜੇ ਸਾਰੇ ਕੈਲੰਡਰਸ ਨੇ ਜਿਹੜੇ ਵੱਖ-ਵੱਖ ਦੇਸ਼ ਲਾਗੂ ਕਰਦੇ ਨੇ, ਹਨਾ, ਤਾਂ ਇੱਕੋ ਕੈਲੰਡਰ ਨਹੀਂ ਹੈ। ਇਸ ਕੈਲੰਡਰ ਦੇ ਵਿੱਚ ਜਿਹਦੇ ਬੇਸ ਤੇ ਅਸੀਂ ਹਿਸਟਰੀ ਪੜ੍ਹਨੀ ਆ, ਇਸ ਕੈਲੰਡਰ ਨੂੰ ਜੇ ਤੁਸੀਂ ਗੱਲ ਕਰੋਗੇ ਤਾਂ ਇਹਦੇ 'ਚ ਮੁੱਖ ਬਿੰਦੂ ਕਿਹੜਾ ਰੱਖਿਆ ਗਿਆ? ਬਰਥ ਆਫ ਜੀਸਸ ਕ੍ਰਾਈਸਟ। ਬਰਥ ਆਫ ਜੀਸਸ, ਯਿਸੂ ਮਸੀਹ ਦਾ ਜਨਮ। ਤਾਂ ਗ੍ਰੇਗੋਰੀਅਨ ਇੱਕ ਸੰਤ ਸੀ, ਉਹਨਾਂ ਦੇ ਨਾਮ ਤੇ ਇਹ ਕੈਲੰਡਰ ਬਣਦਾ। ਕੈਲੰਡਰ ਦੇ ਵਿੱਚ ਕੀ ਆ ਕਿ ਇੱਕ ਕੇਂਦਰ ਬਿੰਦੂ ਯਿਸੂ ਮਸੀਹ ਦਾ ਜਨਮ ਦਿਨ ਰੱਖਿਆ ਗਿਆ ਜੀ। ਇਸ ਦਿਨ ਨੂੰ ਲੈਟਿਨ ਭਾਸ਼ਾ ਦੇ ਵਿੱਚ ਐਨੋ ਡੋਨਮੀ ਕਿਹਾ ਜਾਂਦਾ ਜੀ, ਜਿਸ ਦਾ ਮਤਲਬ ਆ ਈਅਰ ਆਫ ਲਾਰਡ, ਪਰਮਾਤਮਾ ਦਾ ਸਾਲ, ਈਅਰ ਆਫ ਲਾਰਡ, ਐਨੋਡੋਨਮੀ ਕਿਹਾ ਜਾਂਦਾ। ਇਸ ਐਨੋਡੋਨਮੀ ਨੂੰ ਫਿਰ ਇੰਗਲਿਸ਼ ਦੇ ਵਿੱਚ ਨਾਮ ਦਿੱਤਾ ਗਿਆ ਜੀ ਕਾਮਨ ਇਰਾ। ਇੰਗਲਿਸ਼ ਦੇ ਵਿੱਚ ਇਹਨੂੰ ਨਾਮ ਦਿੱਤਾ ਗਿਆ ਕਾਮਨ ਇਰਾ, ਕਿਉਂਕਿ ਵਰਲਡ ਲੈਂਗੁਏਜ ਇੰਗਲਿਸ਼ ਆ, ਤਾਂ ਅੰਗਰੇਜ਼ਾਂ ਨੇ ਜੋ ਦੁਨੀਆ ਤੇ ਰਾਜ ਕਰਨਾ ਸੀ ਤਾਂ ਉਹਨਾਂ ਨੂੰ ਇੱਕ ਸ਼ਬਦ ਐਸਾ ਚਾਹੀਦਾ ਸੀ ਜੋ ਵਰਲਡ ਲੈਂਗੁਏਜ ਨਾਲ ਸੰਬੰਧਿਤ ਹੋਵੇ, ਤਾਂ ਕਾਮਨ ਇਰਾ ਨਾਮ ਦਿੱਤਾ ਗਿਆ ਜੀ। ਠੀਕ ਹੈ ਜੀ। ਤਾਂ ਜਿਵੇਂ ਆਪਾਂ ਆਮ ਅਕਸਰ ਆਪਣੇ ਬਜ਼ੁਰਗਾਂ ਕੋਲੇ ਜਾਂ ਪਿੰਡਾਂ 'ਚ ਗੱਲ ਕਰਦੇ ਆ ਕਿ ਜੀ ਤੁਹਾਡਾ ਜਨਮ ਕਦੋਂ ਆ, ਤਾਂ ਸਾਨੂੰ ਬਜ਼ੁਰਗ ਕਹਿੰਦੇ ਨੇ ਭਾਈ ਰੌਲੇ ਵੇਲੇ ਜਿਹੜਾ ਹੈਗਾ ਮੈਂ 10 ਸਾਲ ਦਾ ਸੀ। ਹੁਣ ਰੌਲਾ ਮਤਲਬ ਕਿ ਆਜ਼ਾਦੀ ਵੇਲੇ, ਸਾਡੇ ਬਜ਼ੁਰਗ ਇਸੇ ਤਰ੍ਹਾਂ ਗੱਲ ਕਰਦੇ ਨੇ ਆਜ਼ਾਦੀ ਵੇਲੇ। ਤਾਂ ਉਸ ਆਜ਼ਾਦੀ ਨੂੰ ਉਹਨਾਂ ਨੇ ਇੱਕ ਕੇਂਦਰ ਬਿੰਦੂ ਮੰਨਿਆ ਤੇ ਕਿਹਾ ਕਿ ਉਦੋਂ ਉਸ ਸਮੇਂ ਮੈਂ 10 ਸਾਲ ਦਾ ਸੀ। ਤਾਂ ਇਟ ਮੀਨਸ ਅਸੀਂ ਕੀ ਸਮਝਦੇ ਹਾਂ ਕਿ ਉਹਨਾਂ ਬਜ਼ੁਰਗਾਂ ਦਾ ਜਨਮ 1937 ਦੇ ਵਿੱਚ ਲਗਭਗ ਹੋਇਆ ਹੋਊਗਾ। 47 'ਚ ਸਾਨੂੰ ਆਜ਼ਾਦੀ ਮਿਲੀ ਹੈ, ਤਾਂ ਆਜ਼ਾਦੀ ਵੇਲੇ ਹਿੰਦੂ ਮੁਸਲਿਮ ਰੌਲੇ ਪਏ ਨੇ, ਤਾਂ ਉਦੋਂ ਉਹ 10 ਸਾਲਾਂ ਦੇ ਸੀ। ਇਸ ਤਰੀਕੇ ਨਾਲ ਸਾਡੀ ਸਮਝ ਬਣ ਜਾਂਦੀ ਆ ਇਹਨਾਂ ਘਟਨਾਵਾਂ ਨੂੰ ਸਮਝਣ ਦੀ। ਦੁਨੀਆ 'ਚ ਵੀ ਸੇਮ ਹੀ ਵਾਪਰਿਆ। ਉਹਨਾਂ ਨੇ ਕੀ ਕੀਤਾ ਕਿ ਯਿਸੂ ਮਸੀਹ ਦੇ ਜਨਮ ਨੂੰ ਮੰਨਿਆ 0। ਠੀਕ ਹੈ ਜੀ। ਇੱਧਰ ਨੂੰ ਜੇ ਆਪਾਂ ਗੱਲ ਕਰੀਏ 100, ਫਿਰ ਗੱਲ ਕਰੀਏ 200, ਫਿਰ ਗੱਲ ਕਰੀਏ 300, ਇਸ ਤਰੀਕੇ ਨਾਲ ਇੱਥੇ ਗੱਲ ਆ ਜਾਂਦੀ ਹੈ 2021, ਹਨਾ। ਇਦੋਂ ਉਲਟੀ ਗਿਣਤੀ ਜਦੋਂ ਅਸੀਂ ਕਰਦੇ ਹਾਂ ਕਿ 100, 200 ਜਾਂ ਫਿਰ ਆਪਾਂ 500 ਦੀ ਗੱਲ ਕਰ ਲਈਏ, 1000, ਇਸ ਤਰੀਕੇ ਨਾਲ ਜਿਹੜੀ ਹੈਗੀ ਆ ਇੱਧਰ ਨੂੰ ਉਲਟੀ ਗਿਣਤੀ, ਮਤਲਬ ਕਿ ਜੀਸਸ ਕ੍ਰਾਈਸਟ ਦੇ ਜਨਮ ਤੋਂ ਪਹਿਲਾਂ ਦੀ ਘਟਨਾ, ਹਨਾ ਜੀ। ਇੱਧਰਲੀਆਂ ਜਿਹੜੇ ਦਿਨ ਟਾਈਮ ਆ ਉਹਨੂੰ ਅਸੀਂ ਕਹਿੰਦੇ ਆ BC, ਬਿਫੋਰ ਕਾਮਨ ਇਰਾ। BC, ਬਿਫੋਰ ਕ੍ਰਾਈਸਟ ਨਹੀਂ ਕਹਿੰਦੇ। ਬਹੁਤ ਬੱਚੇ ਇਹ ਜਵਾਬ ਦਿੰਦੇ ਨੇ ਹਾਂਜੀ ਸਾਨੂੰ ਪਤਾ ਬਿਫੋਰ ਕ੍ਰਾਈਸਟ, ਨਹੀਂ, ਬਿਫੋਰ ਕਾਮਨ ਇਰਾ। ਕਈ ਜੇ ਤੁਸੀਂ ਇੰਟਰਨੈਸ਼ਨਲ ਲੈਵਲ ਦੀਆਂ ਕੋਈ ਬੁੱਕਸ ਪੜ੍ਹੋਗੇ ਤਾਂ ਉੱਤੇ BCE ਵੀ ਆਉਂਦਾ, ਬਿਫੋਰ ਕਾਮਨ ਇਰਾ। ਜਦੋਂ ਅਸੀਂ ਇੱਧਰ ਦੀ ਗੱਲ ਕਰਦੇ ਆ, ਇੱਧਰਲੀਆਂ ਡੇਟਸ ਨੂੰ AD ਵੀ ਲਿਖਿਆ ਜਾਂਦਾ, ਮਤਲਬ ਕਿ ਐਨੋਡੋਨਮੀ ਲਿਖ ਦਿੰਦੇ ਨੇ ਉਹ, ਜਾਂ ਫਿਰ AC ਵੀ ਲਿਖਿਆ ਜਾਂਦਾ। AC ਦਾ ਮਤਲਬ ਆਫਟਰ ਕਾਮਨ ਇਰਾ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਅਸੀਂ ਡੇਟਸ ਨੂੰ ਦੇਖਦੇ ਹਾਂ। ਹੁਣ ਅਸੀਂ ਗੱਲ ਕਰੀਏ ਕਿ ਸਿਕੰਦਰ ਸਾਡੇ ਤੇ ਹਮਲਾ ਕਰਦਾ, ਅਲੈਗਜ਼ੈਂਡਰ, ਹਨਾ, ਯੂਨਾਨ ਤੋਂ ਆਉਂਦਾ ਉਹ ਤੇ ਸਾਡੇ ਤੇ ਹਮਲਾ ਕਰਦਾ। ਕਦੋਂ ਕਰਦਾ ਹਮਲਾ? ਤੁਸੀਂ ਡੇਟ ਜਾਣਦੇ ਹੋ ਸਾਰੇ ਕਿ ਜੀ ਉਹਦੀ ਡੇਟ ਹੈਗੀ 326 BC, ਹਨਾ। ਇਹ ਸਿੱਧੇ ਰੂਪ 'ਚ ਅਸੀਂ ਸਮਝ ਕੀ ਰਹੇ ਹਾਂ? ਅਸੀਂ ਇਹ ਸਮਝ ਰਹੇ ਹਾਂ ਕਿ ਯਿਸੂ ਮਸੀਹ ਦੇ ਜਨਮ ਤੋਂ 326 ਸਾਲ ਪਹਿਲਾਂ, ਯਿਸੂ ਮਸੀਹ ਦੇ ਜਨਮ ਤੋਂ 326 ਸਾਲ ਪਹਿਲਾਂ ਇੱਕ ਰਾਜਾ ਸੀ ਸਿਕੰਦਰ ਜੀ ਨੇ ਹਿੰਦੁਸਤਾਨ ਤੇ ਹਮਲਾ ਕੀਤਾ। ਠੀਕ ਹੈ ਜੀ। ਤਾਂ ਅਸੀਂ BC ਲਗਾਤਾ ਨਾਲ। ਹੁਣ ਆਪਾਂ ਕਹਿੰਦੇ ਆ ਕਿ 3 ਸਾਲ ਬਾਅਦ ਸਿਕੰਦਰ ਨੇ ਜਦੋਂ ਇੱਥੇ ਹਮਲਾ ਕੀਤਾ, 9 ਮਹੀਨੇ ਇੱਥੇ ਰੁਕਦਾ ਤੇ ਲਗਭਗ ਹਮਲੇ ਤੋਂ 3 ਸਾਲ ਬਾਅਦ ਉਹਦੀ ਬੇਬੀਲੋਨ ਦੇ ਵਿੱਚ ਡੈਥ ਹੋ ਜਾਂਦੀ ਆ। ਤਾਂ ਹੁਣ ਦੱਸੋ ਵੀ 3 ਸਾਲ ਬਾਅਦ ਕਿਹੜਾ ਸਾਲ ਹੋਊਗਾ, ਹਨਾ, ਕਿਉਂਕਿ ਇੱਧਰ ਗਿਣਤੀ ਉਲਟ ਚੱਲ ਰਹੀ ਹੈ। ਤਾਂ ਅਸੀਂ ਕਹਿ ਦਿੰਦੇ ਆ ਕਿ 323 BC ਦੇ ਵਿੱਚ ਸਿਕੰਦਰ ਦੀ ਬੇਬੀਲੋਨ 'ਚ ਮੌਤ ਹੋ ਜਾਂਦੀ ਹੈ। ਤਾਂ ਇਹਨਾਂ ਡੇਟਸ ਨੂੰ ਸਮਝਣਾ ਜ਼ਰੂਰੀ ਆ ਕਿ 326 ਸਾਲ ਪਹਿਲਾਂ ਹਮਲਾ ਹੁੰਦਾ ਤੇ 323 ਸਾਲ ਪਹਿਲਾਂ ਉਹਦੀ ਮੌਤ ਹੋ ਜਾਂਦੀ ਹੈ, ਮਤਲਬ ਕਿ 3 ਸਾਲਾਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ। ਤਾਂ ਇਹ ਸਮਝ ਤੁਹਾਡੀ ਬਣਨੀ ਜ਼ਰੂਰੀ ਆ ਡੇਟਸ ਨੂੰ ਲੈ ਕੇ, ਤਾਂ ਹੀ ਤੁਸੀਂ ਹਿਸਟਰੀ ਦੇ ਅਗਲੇ ਐਸਪੈਕਟਸ ਨੂੰ ਸਮਝ ਸਕੋਗੇ। ਆਈ ਹੋਪ ਤੁਸੀਂ ਇਸ ਚੀਜ਼ ਨੂੰ ਸਮਝ ਗਏ ਹੋਵੋਗੇ। ਅੱਗੇ ਚੱਲਦੇ ਹਾਂ ਜੀ। ਅੱਛਾ ਜੀ, ਅੱਗੇ ਹਿਸਟਰੀ ਨੂੰ ਸਮਝਣ ਲਈ ਇੱਕ ਕੁਝ ਟਰਮਸ ਨੇ ਜਿਹਨੂੰ ਲੈ ਕੇ ਜੇ ਤੁਸੀਂ SSC ਜਾਂ ਕੋਈ ਹੋਰ ਇਸ ਤਰ੍ਹਾਂ ਦੇ ਐਗਜ਼ਾਮ ਦਿਓਗੇ ਨੈਸ਼ਨਲ ਪੱਧਰ ਤੇ, ਉੱਥੇ ਇੱਥੋਂ ਕੁਐਸਚਨਸ ਆਉਂਦੇ ਨੇ। ਦੇਖੋ ਜੀ, ਹਿਸਟਰੀ ਦੇ ਵਿੱਚ ਕੀ ਹੁੰਦਾ ਕਿ ਬੇਸਿਕਲੀ 3 ਪੀਰੀਅਡਸ ਮੰਨੇ ਜਾਂਦੇ ਨੇ। ਇੱਕ ਨੂੰ ਅਸੀਂ ਬੋਲਦੇ ਹਾਂ ਜੀ
ਪ੍ਰੀ ਹਿਸਟੋਰਿਕ ਪੀਰੀਅਡ। ਪ੍ਰੀ ਹਿਸਟੋਰਿਕ ਪੀਰੀਅਡ ਇੱਕ ਨੂੰ ਅਸੀਂ ਬੋਲਦੇ ਹਾਂ ਜੀ ਪ੍ਰੋਟੋ ਹਿਸਟੋਰਿਕ ਪੀਰੀਅਡ, ਇੱਕ ਨੂੰ ਅਸੀਂ ਬੋਲਦੇ ਹਾਂ ਜੀ ਹਿਸਟੋਰਿਕ ਪੀਰੀਅਡ। ਠੀਕ ਹੈ ਜੀ, ਇਹਨਾਂ ਤਿੰਨਾਂ ਨੂੰ ਸਮਝਣਾ ਜ਼ਰੂਰੀ ਹੈ ਜੀ। ਬੇਸਿਕਲੀ ਇਹ ਹੈ ਕਿ ਟਰਮਸ ਕੀ ਕਹਿ ਰਹੀਆਂ ਨੇ, ਕੀ ਚੀਜ਼ ਆ ਸਾਡੇ ਵਿਸ਼ੇ ਬਾਰੇ। ਤਾਂ ਸਭ ਤੋਂ ਪਹਿਲਾਂ ਹੈ ਜੀ ਪ੍ਰੀ ਹਿਸਟੋਰਿਕ ਪੀਰੀਅਡ। ਪ੍ਰੀ ਹਿਸਟੋਰਿਕ ਪੀਰੀਅਡ ਉਹ ਸਮਾਂ ਹੁੰਦਾ ਜੀ ਜਿਸ ਦੇ ਵਿੱਚ ਸਾਨੂੰ ਲੈਂਗੁਏਜ ਭਾਸ਼ਾ ਨਹੀਂ ਮਿਲਦੀ, ਜਿਸ ਦੇ ਵਿੱਚ ਸਾਨੂੰ ਕੋਈ ਭਾਸ਼ਾ ਨਹੀਂ ਮਿਲਦੀ। ਜਿਵੇਂ ਕਿ ਸਟੋਨ ਏਜ ਆ ਜੋ ਸਾਡੇ ਦੇਸ਼ 'ਚ, ਉਹ ਪ੍ਰੀ ਹਿਸਟੋਰਿਕ ਪੀਰੀਅਡ ਆ। ਤੁਸੀਂ ਦੱਸੋ ਵੀ ਸਟੋਨ ਏਜ ਦੇ ਵਿੱਚ ਸਾਨੂੰ ਕਿਹੜੀ ਭਾਸ਼ਾ ਮਿਲੀ ਆ? ਕੋਈ ਵੀ ਭਾਸ਼ਾ ਨਹੀਂ ਮਿਲੀ। ਇਟ ਮੀਨਸ ਜਦੋਂ ਭਾਸ਼ਾ ਨਹੀਂ ਹੈ ਤਾਂ ਜਿਹੜੇ ਸਾਡੇ ਸੋਰਸ ਨੇ ਜਿੱਥੋਂ ਸਾਨੂੰ ਇਤਿਹਾਸ ਬਾਰੇ ਪਤਾ ਲੱਗਦਾ ਉਹ ਕਿਤਾਬਾਂ ਤਾਂ ਹੋ ਹੀ ਨਹੀਂ ਸਕਦੇ, ਇਨਸਕ੍ਰਿਪਸ਼ਨ ਨਹੀਂ ਹੋ ਸਕਦੇ, ਕੋਈ ਸ਼ਿਲਾ ਲੇਖ, ਕੋਈ ਸਤੰਭ ਲੇਖ, ਕੋਈ ਕਿਤਾਬਾਂ, ਕੋਈ ਗ੍ਰੰਥ, ਇਹ ਹੋ ਹੀ ਨਹੀਂ ਸਕਦੇ ਕਿਉਂਕਿ ਭਾਸ਼ਾ ਹੀ ਹੈ ਨਹੀਂ, ਉਦੋਂ ਮਿਲੀ ਨਹੀਂ ਸਾਨੂੰ ਭਾਸ਼ਾ। ਠੀਕ ਹੈ ਜੀ, ਫਿਰ ਇਸ ਸਮੇਂ ਸਾਡੇ ਕੋਲੇ ਸੋਰਸ ਕੀ ਹੋਣਗੇ? ਇਸ ਸਮੇਂ ਸਾਡੇ ਕੋਲੇ ਸੋਰਸ ਕੀ ਹੋਣਗੇ? ਜਿਵੇਂ ਕਿ ਸਟੋਨ ਏਜ ਦਾ ਤਾਂ ਸਾਨੂੰ ਪਤਾ ਹੋਣਾ, ਅਸੀਂ ਗੱਲ ਕਰਦੇ ਹਾਂ ਕਿ ਅੱਗ ਦੀ ਖੋਜ ਇਹਦੇ 'ਚ ਹੋਈ, ਪਹੀਏ ਦੀ ਖੋਜ ਇਹਦੇ 'ਚ ਹੋਈ, ਹਨਾ, ਮਨੁੱਖ ਜੰਗਲਾਂ 'ਚ ਘੁੰਮਦਾ ਸੀ। ਫਿਰ ਇਹ ਸਾਡੇ ਦਿਮਾਗ 'ਚ ਇਹ ਸਵਾਲ ਆ ਸਕਦਾ ਫਿਰ ਸਾਨੂੰ ਉਹ ਚੀਜ਼ਾਂ ਪਤਾ ਕਿਵੇਂ ਲੱਗਣਾ। ਦੇਖੋ, ਸੋਰਸ ਇੱਕ ਤਰ੍ਹਾਂ ਦਾ ਨਹੀਂ ਹੁੰਦਾ। ਭਾਵੇਂ ਕਿ ਆਪਾਂ ਪਹਿਲੀ ਐਗਜ਼ਾਮਪਲ ਦੇ ਵਿੱਚ ਬਾਬਰਨਾਮਾ ਨੂੰ ਆਪਦਾ ਸੋਰਸ ਦੇ ਰੂਪ 'ਚ ਇੱਕ ਉਦਾਹਰਨ ਲੈ ਲਈ, ਪਰ ਸੋਰਸ ਕਦੇ ਵੀ ਇੱਕ ਤਰ੍ਹਾਂ ਨਹੀਂ ਹੁੰਦਾ। ਸੋਰਸ ਬੜੇ ਤਰ੍ਹਾਂ ਦੇ ਨੇ। ਜਿਵੇਂ ਕਿ ਸਟੋਨ ਏਜ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਕਿ ਭਾਸ਼ਾ ਨਹੀਂ ਹੈਗੀ, ਭਾਸ਼ਾ ਨਹੀਂ ਹੈਗੀ, ਨਾ ਕਿਤਾਬ ਹੋ, ਨਾ ਗ੍ਰੰਥ ਹੋ, ਨਾ ਕੋਈ ਸ਼ਿਲਾ ਲੇਖ ਹੋਣਗੇ, ਨਾ ਕੋਈ ਸਤੰਭ ਲੇਖ ਹੋ, ਕੁਝ ਨਹੀਂ ਹੋਊਗਾ। ਫਿਰ ਵੀ ਸਾਨੂੰ ਸਟੋਨ ਏਜ ਬਾਰੇ ਪਤਾ ਲੱਗਿਆ ਤਾਂ ਇਹਦੇ ਸੋਰਸ ਜਿਹੜੇ ਜੀ ਡਿਫਰੈਂਟ ਹੋ ਜਾਂਦੇ ਨੇ। ਜਿਵੇਂ ਕਿ ਤੁਸੀਂ ਸ਼ੁਰੂਆਤ ਕਰੀ, ਵੈਸੇ ਤਾਂ ਬਹੁਤ ਸਾਰੇ ਨੇ, ਜਿਵੇਂ ਕਿ ਬੋਨਸ, ਹੱਡੀਆਂ, ਮੁਰਦਿਆਂ ਨੂੰ ਦਫਨਾਇਆ ਗਿਆ, ਮੁਰਦਿਆਂ ਨੂੰ ਜਲਾਇਆ ਗਿਆ, ਉਹਨਾਂ ਦੇ ਅੰਸ਼ ਮਿਲਦੇ ਨੇ, ਹਨਾ। ਉਹਨਾਂ ਦੇ ਅੰਸ਼ਾਂ ਨੂੰ ਸਾਇੰਸ ਦੀ ਮਦਦ ਦੇ ਨਾਲ ਅਸੀਂ ਇਹ ਜਾਣ ਸਕਦੇ ਹਾਂ ਕਿ ਕਦੋਂ ਦੀਆਂ ਹੱਡੀਆਂ ਨੇ, ਕਦੋਂ ਇਹਨਾਂ ਨੂੰ ਜਲਾਇਆ ਜਾਂ ਦਫਨਾਇਆ ਗਿਆ। ਵੈਸੇ ਇੱਕ ਫਾਰਮੂਲਾ ਜਿਹੜੀ ਟੈਕਨੀਕ ਹੈ ਇੱਕ C14 ਦੇ ਨਾਲ ਪ੍ਰਾਂਤਨ ਚੀਜ਼ਾਂ ਤੇ ਖੋਜ ਕਰਕੇ ਸਾਨੂੰ ਪਤਾ ਲੱਗ ਸਕਦਾ ਕਿ ਕਿੰਨਾ ਟਾਈਮ ਪੁਰਾਣੀਆਂ ਨੇ। ਐਸੇ ਤਰੀਕੇ ਨਾਲ ਆਪਾਂ ਉਸ ਫੀਲਡ 'ਚ ਜਾਣਾ ਨਹੀਂ, ਉਹ ਥੋੜਾ ਸਾਇੰਸ ਨਾਲ, ਕਿ ਜੋ ਰੁੱਖ ਕੱਟਿਆ ਹੋਇਆ ਉਹਦੇ 'ਚ ਕਿੰਨੇ ਰਿੰਗ ਬਣੇ ਹੋਏ ਨੇ, ਉਹਦੇ 'ਚ ਸਾਨੂੰ ਪਤਾ ਲੱਗ ਸਕਦਾ ਕਿ ਕਿੰਨਾ ਪੁਰਾਣਾ ਇਹ ਦਰਖਤ, ਹਨਾ। ਤਾਂ ਵੱਖ-ਵੱਖ ਚੀਜ਼ਾਂ ਨੂੰ, ਕੋਈ ਖਾਣਾ ਪਕਾਇਆ ਮਿਲ ਗਿਆ, ਕੋਈ ਬਰਤਨ ਮਿਲ ਗਿਆ, ਕੋਈ ਐਸੀ ਚੀਜ਼ ਮਿਲ ਗਈ, ਉਹਨੂੰ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿੰਨਾ ਟਾਈਮ ਪੁਰਾਣਾ। ਕਿਸੇ ਜਾਨਵਰ ਦੇ ਅੰਸ਼ ਮਿਲ ਗਏ ਨੇ, ਉਹਦੇ ਤੋਂ ਅੰਦਾਜ਼ਾ ਲਗਾਇਆ ਸਕਦਾ ਕਿ ਕਿੰਨਾ ਟਾਈਮ ਪੁਰਾਣਾ। ਐਸੇ ਤਰੀਕੇ ਨਾਲ ਜੇ ਤੁਸੀਂ ਇਹਦੇ 'ਚ ਗੱਲ ਕਰੋ ਕਿ ਸਟੋਨ ਟੂਲਸ ਨੇ ਕੁਛ ਲਾਈਕ ਉਹੀ ਤੁਸੀਂ ਜਾਣਦੇ ਹੋ ਕਿ ਕਈ ਕੁਹਾੜੀ ਮਿਲੀ ਉੱਥੇ, ਸ਼ਾਈਨੀ ਮਿਲੀ ਉੱਥੇ, ਤੀਰ ਮਿਲਿਆ ਉੱਥੇ, ਹਨਾ। ਉਹਨਾਂ ਘਟੇ ਹੋਏ ਪੱਥਰਾਂ ਤੋਂ ਸਾਨੂੰ ਅੰਦਾਜ਼ਾ ਆਉਂਦਾ ਕਿ ਕੋਈ ਨਾ ਕੋਈ ਲੋਕ ਰਹਿੰਦੇ ਸੀ ਜਿਨ੍ਹਾਂ ਨੇ ਇਹਨਾਂ ਨੂੰ ਇੱਕ ਸ਼ੇਪ ਦਿੱਤੀ ਹੈਗੀ, ਹਨਾ। ਪੱਥਰ ਯੁੱਗ ਦੇ ਵਿੱਚ ਮੇਨ ਤਾਂ ਇਹੀ ਚੀਜ਼ ਆ ਨਾ ਕਿ ਸਾਨੂੰ ਪੱਥਰਾਂ ਤੋਂ, ਉੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਅਵਸ਼ੇਸ਼ਾਂ ਤੋਂ, ਕੁਛ ਪੇਂਟਿੰਗਸ ਤੋਂ, ਜਿਵੇਂ ਕਿ ਇੱਕ ਭੀਮ ਬੇਟਕਾ ਦੀਆਂ ਗੁਫਾਵਾਂ ਨੇ MP ਦੇ ਵਿੱਚ, ਹਨਾ। ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਵਿੱਚ ਚਿੱਤਰ ਮਿਲਦੇ ਨੇ, ਪੇਂਟਿੰਗਸ ਕੀਤੀਆਂ ਮਿਲਦੀਆਂ ਨੇ, ਉਹਨਾਂ ਤੋਂ ਸਾਨੂੰ ਪਤਾ ਲੱਗਦਾ ਕਿ ਪੱਥਰ ਯੁੱਗ ਦੇ ਵਿੱਚ ਕਿਸ ਤਰੀਕੇ ਨਾਲ ਲਾਈਫ ਸਟਾਈਲ ਸੀ। ਜਿਵੇਂ ਭੀਮ ਬੇਟਕਾ ਦੀਆਂ ਗੁਫਾਵਾਂ ਤੋਂ ਹੀ ਇੰਡੀਆ ਦਾ ਪਹਿਲਾ ਜੈਂਡਰ ਸਿਸਟਮ ਦੀ ਉਦਾਹਰਨ ਮਿਲਦੀ ਹੈ ਕਿ ਭੀਮ ਬੇਟਕਾ ਦੀਆਂ ਗੁਫਾਵਾਂ ਦੇ ਵਿੱਚ ਔਰਤ ਨੂੰ ਖਾਣਾ ਪਕਾਉਂਦੇ ਦਿਖਾਇਆ ਗਿਆ ਤੇ ਮਰਦ ਨੂੰ ਸ਼ਿਕਾਰ ਕਰਦੇ ਦਿਖਾਇਆ ਗਿਆ। ਤਾਂ ਉੱਥੋਂ ਹੀ ਜੈਂਡਰ ਬਾਇਸਡ ਸਿਸਟਮ ਸ਼ੁਰੂ ਹੁੰਦਾ ਗਾ। ਤਾਂ ਇਹ ਚੀਜ਼ਾਂ ਸਾਰੀਆਂ ਜੋ ਲੈਂਗੁਏਜ ਤੋਂ ਬਿਨਾਂ ਸੋਰਸਸ ਨੇ, ਉਹਨੂੰ ਅਸੀਂ ਪ੍ਰੀ ਹਿਸਟੋਰਿਕ ਪੀਰੀਅਡ ਕਹਿ ਦਿੰਦੇ ਹਾਂ। ਠੀਕ ਹੈ ਜੀ, ਗੱਲ ਕਲੀਅਰ ਆ। ਫਿਰ ਇਹਦੇ 'ਚ ਵੈਸੇ ਬਹੁਤ ਸਾਰੇ ਸੋਰਸਸ ਨੇ, ਬੋਨਸ ਨੇ, ਸਟੋਨਸ ਨੇ, ਕੋਈ ਲੱਕੜ ਦੇ ਔਜ਼ਾਰ ਨੇ, ਕੋਈ ਪੱਥਰ ਦੇ ਘੜੇ ਹੋਏ ਔਜ਼ਾਰ ਨੇ, ਵਗੈਰਾ ਵਗੈਰਾ, ਬਹੁਤ ਸਾਰੀਆਂ ਚੀਜ਼ਾਂ ਨੇ, ਹਨਾ। ਫਿਰ ਆਉਂਦਾ ਜੀ ਪ੍ਰੋਟੋ ਹਿਸਟੋਰਿਕ ਪੀਰੀਅਡ। ਪ੍ਰੋਟੋ ਹਿਸਟੋਰਿਕ ਪੀਰੀਅਡ ਇਹ ਅਗਲਾ ਪੀਰੀਅਡ ਹੈ। ਇਹਦੇ 'ਚ ਖਾਸੀਅਤ ਕੀ ਆ ਜੀ ਕਿ ਇਹਦੇ 'ਚ ਭਾਸ਼ਾ ਤਾਂ ਸਾਨੂੰ ਮਿਲ ਜਾਂਦੀ ਆ, ਪਰ ਭਾਸ਼ਾ ਨੂੰ ਅਸੀਂ ਪੜ੍ਹ ਨਹੀਂ ਪਾਉਂਦੇ। ਭਾਸ਼ਾ ਤਾਂ ਸਾਨੂੰ ਮਿਲਦੀ ਆ ਪਰ ਪੜ੍ਹ ਨਹੀਂ ਪਾਈ। ਤਾਂ ਇਹ ਕਿੱਥੇ ਵਾਪਰਿਆ? ਇਹ ਵਾਪਰਿਆ ਜੀ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ, ਸਿੰਧੂ ਘਾਟੀ ਦੀ ਸਭਿਅਤਾ ਦੇ ਵਿੱਚ ਇਹ ਚੀਜ਼ ਵਾਪਰਦੀ ਹੈ ਜੀ, ਪ੍ਰੋਟੋ ਹਿਸਟੋਰਿਕ ਪੀਰੀਅਡ। ਹੁਣ ਤੁਸੀਂ ਜਾਣਦੇ ਹੋ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ, ਜੇ ਤੁਸੀਂ ਪਹਿਲਾਂ ਇਹਨਾਂ ਦਾ ਤੁਸੀਂ ਪੜ੍ਹਿਆ ਹੋਊਗਾ ਕਿ ਸਾਨੂੰ ਉਹਨਾਂ ਦੀ ਭਾਸ਼ਾ ਨਹੀਂ ਮਿਲੀ, ਪਰ ਵੈਸੇ ਭਾਸ਼ਾ ਮਿਲ ਗਈ ਪਰ ਅਸੀਂ ਉਹਨੂੰ ਪੜ੍ਹ ਨਹੀਂ ਸਕੇ। ਭਾਸ਼ਾ ਤਾਂ ਮਿਲੀ ਪਰ ਅਸੀਂ ਉਹਨੂੰ ਪੜ੍ਹ ਨਹੀਂ ਸਕੇ। ਉਹਨਾਂ ਦੇ ਵੱਡੇ ਸ਼ਿਲਾ ਲੇਖ ਵੀ ਮਿਲੇ ਲਿਖਤੀ ਰੂਪ 'ਚ, ਜਿਵੇਂ ਜਾਣਦੇ ਕਿ 60 ਤੋਂ 65 ਸਾਇੰਸ ਮਿਲੇ ਨੇ, ਲਗਭਗ 250 ਤੋਂ 300-400 ਦੇ ਸ਼ਬਦ ਮਿਲੇ ਨੇ ਉਹਨਾਂ ਦੇ, ਹਨਾ।
ਭਾਸ਼ਾ ਮਿਲ ਗਈ ਪਰ ਅਸੀਂ ਉਹਨੂੰ ਪੜ੍ਹ ਨਹੀਂ ਸਕੇ ਕਿ ਉਹਨਾਂ ਨੇ ਕੀ ਲਿਖਿਆ। ਉਹਨੂੰ ਅਸੀਂ ਪਿਕਟੋਰੀਅਲ ਸਕ੍ਰਿਪਟ ਦਾ ਨਾਮ ਦਿੱਤਾ ਕਿ ਸ਼ਾਇਦ ਚਿੱਤਰਮਈ ਲਿਪੀ ਆ, ਚਿੱਤਰ ਬਣਾ ਬਣਾ ਕੇ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਸੱਜੇ ਤੋਂ ਖੱਬੇ ਲਿਖਦੀ ਆ, ਖੱਬੇ ਤੋਂ ਸੱਜੇ ਲਿਖਦੀ ਆ, ਫਿਰ ਇਸ ਤਰੀਕੇ ਨਾਲ ਲਿਖੀ ਜਾਂਦੀ ਉਹ। ਹੁਣ ਭਾਸ਼ਾ ਹੈ ਪਰ ਪੜ੍ਹ ਨਹੀਂ ਸਕੇ ਅਸੀਂ, ਹਨਾ। ਤਾਂ ਇੱਥੇ ਵੀ ਜਿਹੜੇ ਸਾਡੇ ਸੋਰਸ ਨੇ ਜਿਸ ਤੋਂ ਸਾਨੂੰ ਇਸ ਬਾਰੇ ਪਤਾ ਲੱਗਦਾ, ਜਿਵੇਂ ਕਿ ਹੁਣ ਕਿੰਨੀਆਂ ਸਾਰੀਆਂ ਸਾਈਟਸ ਮਿਲੀਆਂ ਨੇ, ਮੋਹਨਜਦਾਰੋ ਮਿਲਿਆ, ਹੜੱਪਾ ਮਿਲਿਆ, ਰਾਖੀ ਕੜਾ ਮਿਲਿਆ, ਧੌਲਮੇਰਾ ਮਿਲਿਆ, ਵਗੈਰਾ ਵਗੈਰਾ ਕਿੰਨੀਆਂ ਸਾਰੀਆਂ ਜਗ੍ਹਾਵਾਂ ਨੇ। ਉੱਥੋਂ ਕੋਈ ਬਰਤਨ ਮਿਲੇ ਨੇ, ਕੋਈ ਗਹਿਣੇ ਮਿਲੇ ਨੇ, ਕੋਈ ਉਹਨਾਂ ਦੇ ਔਜ਼ਾਰ ਮਿਲੇ ਨੇ। ਉਹਨਾਂ ਤੋਂ ਸਾਨੂੰ ਪਤਾ ਲੱਗਦਾ ਗਾ ਕਿ ਇਹਨਾਂ ਦਾ ਲਾਈਫ ਸਟਾਈਲ ਕਿਹੋ ਜਿਹਾ ਸੀ। ਹੁਣ ਜਿਵੇਂ ਸੜਕਾਂ ਨਾਲੀਆਂ ਦੀ ਗੱਲ ਕਰਦੇ ਹਾਂ, ਮੋਹਨਜਦਾਰੋ 'ਚ ਅਸੀਂ ਗ੍ਰੇਟ ਬਾਥ ਦੀ ਗੱਲ ਕਰਦੇ ਹਾਂ, ਸਾਨੂੰ ਉਹ ਮਿਲਿਆ ਤਾਂ ਸਾਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਕਿਸ ਤਰ੍ਹਾਂ ਸਿਸਟਮ ਸੀ। ਹਰ ਘਰ ਦੇ ਵਿੱਚ ਖੂਹ ਸੀ, ਡਰੇਨ ਸਿਸਟਮ ਕਮਾਲ ਦਾ ਸੀਗਾ। ਤਾਂ ਉਹਨਾਂ ਤੋਂ ਦੇਖ ਕੇ ਅਸੀਂ ਅੰਦਾਜ਼ਾ ਲਗਾ ਲੈਨੇ ਕਿ ਇਹ ਸਿਵਲਾਈਜੇਸ਼ਨ ਸੀ, ਲੋਕ ਬਹੁਤ ਅੱਛੇ ਤਰੀਕੇ ਨਾਲ ਰਹਿੰਦੇ ਸੀਗੇ, ਬੜੀ ਤਰੱਕੀ ਕੀਤੀ ਹੋਈ ਸੀ ਇਹਨਾਂ ਨੇ। ਪਰ ਭਾਸ਼ਾ ਤੋਂ ਨਹੀਂ ਸਾਨੂੰ ਪਤਾ ਲੱਗਿਆ, ਬਾਕੀ ਚੀਜ਼ਾਂ ਤੋਂ ਸਾਨੂੰ ਪਤਾ ਲੱਗਦਾ। ਪਰ ਇੰਨੀ ਗੱਲ ਜ਼ਰੂਰ ਆ ਕਿ ਉਹਨਾਂ ਦੀ ਭਾਸ਼ਾ ਸੀ ਜ਼ਰੂਰ, ਪਰ ਉਹ ਅਸੀਂ ਪੜ੍ਹਨ ਦੇ ਕਾਬਿਲ ਨਹੀਂ ਹੈਗੇ। ਠੀਕ ਹੈ ਜੀ। ਤਾਂ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜਾਂਦੀ ਆ ਤਾਂ ਉਹਨੂੰ ਅਸੀਂ ਪ੍ਰੋਟੋ ਹਿਸਟੋਰਿਕ ਪੀਰੀਅਡ ਕਹਿੰਦੇ ਹਾਂ। ਫਿਰ ਆਉਂਦਾ ਜੀ ਹਿਸਟੋਰਿਕ ਪੀਰੀਅਡ। ਹਿਸਟੋਰਿਕ ਪੀਰੀਅਡ ਹਿਸਟੋਰਿਕ ਪੀਰੀਅਡ ਜਿੱਥੇ ਇਨਸਾਨ ਨੂੰ ਲੰਘੇ ਹੋਏ ਸਮੇਂ ਦੇ ਵਿੱਚ ਭਾਸ਼ਾ ਵੀ ਮਿਲਦੀ ਆ ਤੇ ਉਸ ਭਾਸ਼ਾ ਨੂੰ ਪੜ੍ਹਿਆ ਵੀ ਜਾ ਸਕਦਾ ਗਾ। ਇਹਨੂੰ ਅਸੀਂ ਹਿਸਟੋਰਿਕ ਪੀਰੀਅਡ ਕਹਿੰਦੇ ਆ। ਇਹ ਤੁਸੀਂ ਲਾ ਲਓ ਵੀ ਇਹ ਕਿੱਥੇ ਵਾਪਰਦਾ, ਵੈਦਿਕ ਇਰਾ। ਵੈਦਿਕ ਇਰਾ ਤੋਂ ਲੈ ਕੇ ਅੱਜ ਤੱਕ ਦਾ ਸਮਾਂ ਹਿਸਟੋਰਿਕ ਪੀਰੀਅਡ ਹੀ ਆ। ਹੁਣ ਵੈਦਿਕ ਇਰਾ ਦੇ ਵਿੱਚ ਤੁਸੀਂ ਦੇਖੋ ਕਿ ਸਾਨੂੰ ਜਾਣਕਾਰੀ ਉਸ ਸਮੇਂ ਬਾਰੇ ਕਿਵੇਂ ਹੁੰਦੀ ਆ। ਤਾਂ ਸਿੰਪਲ ਗੱਲ ਆ ਜੀ, 4 ਵੇਦ ਅਸੀਂ ਪੜ੍ਹ ਲਏ। ਇਹਦੇ ਤੋਂ ਬਿਨਾਂ ਜਿਵੇਂ ਉਪਨਿਸ਼ਦ ਨੇ ਜਾਂ ਤੁਸੀਂ ਬ੍ਰਹਮ ਗ੍ਰੰਥ ਨੇ, ਆਰਣਯਕ ਗ੍ਰੰਥ ਨੇ, ਬੜੇ ਸਾਰੇ ਗ੍ਰੰਥ ਨੇ, ਕਿਤਾਬਾਂ ਨੇ ਬੇਸਿਕਲੀ, ਉਹਨਾਂ ਨੂੰ ਅਸੀਂ ਪੜ੍ਹ ਲਿਆ ਤੇ ਸਾਨੂੰ ਉਸ ਸਮੇਂ ਦੇ ਬਾਰੇ ਪਤਾ ਲੱਗ ਗਿਆ। 4 ਵੇਦ ਨੇ, 4 ਵੇਦਾਂ ਦੇ ਵਿੱਚੋਂ ਜਿਹੜਾ ਸਭ ਤੋਂ ਪੁਰਾਣਾ ਇੱਕ ਹੈਗਾ ਰਿਗਵੇਦ, ਹਨਾ। ਜਦੋਂ ਰਿਗਵੇਦ ਪਹਿਲਾਂ ਲਿਖਿਆ ਗਿਆ, ਕਹਿੰਦੇ ਰਿਗਵੇਦ ਆ ਜਿਹੜਾ, ਹਨਾ, ਰਿਗਵੇਦ ਪਹਿਲਾਂ ਲਿਖਿਆ ਗਿਆ ਤਾਂ ਇਹਨੂੰ ਅਸੀਂ ਲਗਭਗ 1500 ਤੋਂ 1000 BC ਦਾ ਸਮਾਂ ਮੰਨਦੇ ਹਾਂ। ਰਿਗਵੇਦ ਤੋਂ ਸਾਨੂੰ ਜਿਹੜੀ ਜਾਣਕਾਰੀ ਮਿਲਦੀ ਆ ਉਹਨੂੰ ਅਸੀਂ ਵੈਦਿਕ ਇਰਾ ਕਹਿ ਦਿੰਦੇ ਆ। ਬਾਕੀ ਦੇ 3 ਗ੍ਰੰਥ ਤੇ ਜਿਹੜੇ ਉਹਦੇ ਹੈਲਪਰ ਨੇ ਗ੍ਰੰਥ, ਉਪਨਿਸ਼ਦ ਨੇ, ਆਰਣਯਕ ਨੇ, ਉਹਨਾਂ ਗ੍ਰੰਥਾਂ ਤੋਂ ਜਿਹੜੀ ਜਾਣਕਾਰੀ ਮਿਲਦੀ ਆ ਉਹਨਾਂ ਨੂੰ ਅਸੀਂ ਲੇਟਰ ਵੈਦਿਕ ਇਰਾ ਕਹਿ ਦਿੰਦੇ ਆ। ਤਾਂ ਬੇਸਿਕਲੀ ਵੈਦਿਕ ਇਰਾ ਬਾਰੇ ਜੋ ਸਾਡੇ ਕੋਲੇ ਜਾਣਕਾਰੀ ਆ ਸਾਰੀ ਅਸੀਂ ਪੜ੍ਹੀ ਆ, ਪੜ੍ਹ ਕੇ ਸਾਨੂੰ ਪਤਾ ਲੱਗਿਆ ਉਹਦੇ ਬਾਰੇ। ਤਾਂ ਜਿਵੇਂ ਰਿਗਵੇਦ ਦੇ ਵਿੱਚ ਹੀ ਗੱਲ ਕਰ ਲਓ ਤੁਸੀਂ, ਇਸੇ ਦੇ ਵਿੱਚ ਹੀ ਕਿਹਾ ਕਿ ਪੰਜਾਬ ਦਾ ਨਾਂ ਸਪਤ ਸਿੰਧੂ ਸੀਗਾ। ਇਹ ਤਾਂ ਫਿਰ ਸਾਨੂੰ ਇੱਥੋਂ ਪਤਾ ਲੱਗਦਾ। ਫਿਰ ਤੁਸੀਂ ਰਿਗਵੇਦ ਦੇ ਵਿੱਚ ਹੀ ਗੱਲ ਕਰ ਲਓ ਕਿ ਇੱਕ ਰਿਗਵੇਦ ਦੱਸਦਾ ਸਾਨੂੰ ਕਿ ਇੱਕ ਵਾਰੀ ਭਾਈ 10 ਰਾਜਨ ਵਾਰ ਹੁੰਦੀ ਆ, 10 ਰਾਜਨ ਯੁੱਧ। ਉਸ 10 ਰਾਜਨ ਦੇ ਵਿੱਚ ਇੱਕ ਰਾਜਾ ਹੈਗਾ ਭਰਤ ਕਬੀਲੇ ਦਾ ਰਾਜਾ ਸੁਦਾਂਸ਼, ਉਹ 10 ਰਾਜਿਆਂ ਨੂੰ ਹਰਾ ਦਿੰਦਾ, 10 ਮਹਾਜਨਪਦਾਂ ਦੇ ਰਾਜਿਆਂ ਨੂੰ ਹਰਾ ਦਿੰਦਾ, ਉਹ 10 ਕਬੀਲਿਆਂ ਦੇ ਰਾਜਿਆਂ ਨੂੰ ਹਰਾ ਦਿੰਦਾ ਤੇ ਇਸ ਤਰੀਕੇ ਨਾਲ ਉਹ ਮਹਾਨ ਰਾਜਾ ਬਣ ਜਾਂਦਾ। ਕਹਿੰਦੀ ਵੀ ਉਸੇ ਕਬੀਲੇ ਤੋਂ ਸਾਡੇ ਦੇਸ਼ ਦਾ ਨਾਮ ਭਾਰਤ ਪਿਆ। ਇਹ ਹੁਣ ਅਸੀਂ ਲਿਖਿਆ ਪੜ੍ਹਿਆ, ਸਾਨੂੰ ਕਿਸੇ ਪੱਥਰ, ਕਿਸੇ ਬਰਤਨ, ਕਿਸੇ ਗਹਿਣੇ ਨੇ ਨਹੀਂ ਦੱਸਿਆ, ਇਹ ਲਿਖਿਆ ਪੜ੍ਹਿਆ। ਤਾਂ ਜਦੋਂ ਸਾਨੂੰ ਲਿਖੇ ਹੋਏ ਪੜ੍ਹੇ ਨੂੰ ਅਸੀਂ ਦੇਖਦੇ ਹਾਂ ਤੇ ਉਹਨੂੰ ਹਿਸਟਰੀ ਦਾ ਰੂਪ ਲੈਂਦੇ ਹਾਂ, ਦੇ ਰੂਪ 'ਚ ਲੈਂਦੇ ਹਾਂ, ਤਾਂ ਉਸ ਸਮੇਂ ਨੂੰ ਅਸੀਂ ਹਿਸਟੋਰਿਕ ਪੀਰੀਅਡ ਕਹਿ ਦਿੰਦੇ ਹਾਂ। ਠੀਕ ਹੈ ਜੀ। ਸਾਡਾ ਬਹੁਤਾ ਜਿਹੜਾ ਇਤਿਹਾਸ ਉਹ ਇਸੇ ਕਾਲ ਨਾਲ ਹੀ ਸੰਬੰਧਿਤ ਹੈ, ਇਸੇ ਪੀਰੀਅਡ ਨਾਲ ਸੰਬੰਧਿਤ ਆ। ਇਦੋਂ ਬਾਅਦ ਜੇ ਤੁਸੀਂ ਗੱਲ ਕਰੋ ਮੌਰੀਅਨਸ ਦੀ, ਪਹਿਲਾ ਰਾਜ ਮੰਨਿਆ ਜਾਂਦਾ, ਉੱਥੇ ਤੁਸੀਂ ਅਰਥ ਸ਼ਾਸਤਰ ਪੜ੍ਹੋਗੇ ਘਟਾਲਿਆ ਦੀ, ਸਾਨੂੰ ਚੰਦਰਗੁਪਤ ਮੌਰੀਆ ਬਾਰੇ ਪਤਾ ਲੱਗੂਗਾ। ਫਿਰ ਅੱਗੇ ਅੱਗੇ ਚੱਲਦੇ ਆ, ਜਿਵੇਂ ਅਸ਼ੋਕ ਦੇ ਬੜੇ ਸਾਰੇ ਗ੍ਰੰਥ ਨੇ। ਫਿਰ ਤੁਸੀਂ ਜੈਨਿਜ਼ਮ, ਬੁੱਧਿਜ਼ਮ ਦੀ ਗੱਲ ਕਰੋਗੇ, ਉਹਨਾਂ ਦੇ ਬੜੇ ਸਾਰੇ ਗ੍ਰੰਥ ਨੇ। ਉੱਥੋਂ ਪੜ੍ਹਦੇ ਆ, ਸਾਨੂੰ ਪਤਾ ਲੱਗਦਾ ਕਿ ਉਸ ਸਮੇਂ ਦੇ ਵਿੱਚ ਸਮਾਜਿਕ, ਆਰਥਿਕ ਜਾਂ ਰਾਜਨੀਤਿਕ ਤੌਰ ਤੇ ਕੀ ਕੀ ਹਾਲਾਤ ਸੀਗੇ, ਤਾਂ ਉਹਨਾਂ ਬਾਰੇ ਅਸੀਂ ਗੱਲ ਕਰਾਂਗੇ। ਠੀਕ ਹੈ ਜੀ। ਤਾਂ ਅੱਜ ਇਸ ਲੈਕਚਰ ਦੇ ਵਿੱਚ ਅਸੀਂ ਮੂਲ ਰੂਪ ਦੇ ਵਿੱਚ ਸਮਝਿਆ ਕੀ ਆ, ਇਹ ਸਮਝਿਆ ਕਿ ਭਾਈ ਹਿਸਟਰੀ ਆ ਜੋ ਉਹ ਗ੍ਰੀਕ ਸ਼ਬਦ ਹਿਸਟੋਰੀ ਜਾਂ ਉਸ ਤੋਂ ਬਣਦੀ ਆ, ਹਿਸਟੋਰੀਆ ਤੋਂ ਬਣਦੀ ਆ। ਹਿਸਟੋਰੀਅਨ ਜੋ ਹਿਸਟਰੀ ਨਾਲ ਸੰਬੰਧਿਤ ਪੜਤਾਲ, ਖੋਜ, ਲੌਜਿਕ ਬੇਸ ਤੇ ਕਰਦਾ। ਹਿਸਟਰੀ ਬੇਸਿਕਲੀ ਹੈ ਕਿ ਇੰਪੈਕਟ, ਇਵੈਂਟ ਤੇ ਸੋਰਸ, ਇਹਨਾਂ 3 ਪੱਖਾਂ ਤੇ ਬੇਸਡ ਚੀਜ਼ ਆ ਜੀ ਹਿਸਟਰੀ। ਠੀਕ ਹੈ ਜੀ। ਹਿਸਟਰੀ ਨੂੰ ਸਮਝਣ ਲਈ ਇਹਨੂੰ ਭਾਗਾਂ, ਪਾਰਟਸ ਦੇ ਵਿੱਚ ਵੰਡਿਆ ਗਿਆ। ਹਿਸਟਰੀ ਦੇ ਵਿੱਚ ਪ੍ਰਮੁੱਖ ਤੌਰ ਤੇ 3 ਪੀਰੀਅਡਸ ਹੁੰਦੇ ਨੇ, ਪ੍ਰੀ ਹਿਸਟੋਰਿਕ, ਪ੍ਰੋਟੋ ਹਿਸਟੋਰਿਕ ਤੇ ਹਿਸਟੋਰਿਕ ਪੀਰੀਅਡ। ਪ੍ਰੀ ਹਿਸਟੋਰਿਕ ਪੀਰੀਅਡ ਜਦੋਂ ਲੈਂਗੁਏਜ ਨਹੀਂ ਹੈਗੀ ਸਾਡੇ ਕੋਲੇ ਤੇ ਅਸੀਂ ਔਜ਼ਾਰਾਂ ਤੋਂ, ਬਾਕੀ ਸੋਰਸਸ ਤੋਂ ਉਸ ਸਮੇਂ ਦੀ ਜਾਣਕਾਰੀ ਲੈਂਦੇ ਹਾਂ, ਜਿਵੇਂ ਕਿ ਸਟੋਨ ਏਜ। ਪ੍ਰੋਟੋ ਹਿਸਟੋਰਿਕ ਪੀਰੀਅਡ ਲੈਂਗੁਏਜ ਮਿਲ ਗਈ ਪਰ ਪੜ੍ਹ ਨਹੀਂ ਸਕੇ, ਇੰਡਸ ਵੈਲੀ ਜਿਸ ਤਰ੍ਹਾਂ। ਤੇ ਫਿਰ ਹਿਸਟੋਰਿਕ ਪੀਰੀਅਡ ਜਦੋਂ ਸਾਡੇ ਕੋਲੇ ਲੈਂਗੁਏਜ ਉਦੋਂ ਦੇ ਲੋਕਾਂ ਕੋਲੇ ਸੀ ਵੀ ਤੇ ਅਸੀਂ ਪੜ੍ਹ ਵੀ ਸਕੇ ਤੇ ਉਸ ਲੈਂਗੁਏਜ ਦੇ ਬੇਸ ਤੇ ਅਸੀਂ ਉਹਨਾਂ ਦੇ ਗ੍ਰੰਥ ਕਿਤਾਬਾਂ ਪੜ੍ਹੇ ਤੇ ਉਹਨਾਂ ਬਾਰੇ ਜਾਣਕਾਰੀ ਲੈਤੀ। ਠੀਕ ਹੈ ਜੀ। ਇਹ ਸਾਡੀ ਵਿਸ਼ੇ ਦੇ ਨਾਲ ਜਾਣ ਪਛਾਣ ਸੀਗੀ।
ਵਿਸ਼ੇ ਦੇ ਨਾਲ ਜਾਣ ਪਛਾਣ ਸੀ। ਨੈਕਸਟ ਲੈਕਚਰ ਦੇ ਵਿੱਚ ਅਸੀਂ ਜਿਹੜਾ ਆਪਦਾ ਵਿਸ਼ਾ ਉਹ ਇੱਥੋਂ ਸ਼ੁਰੂ ਕਰਨਾ ਸਟੋਨ ਏਜ ਤੋਂ। ਸਟੋਨ ਏਜ ਬਾਰੇ ਅਸੀਂ ਥੋੜਾ ਜਿਹਾ ਪੜਾਂਗੇ ਕਿਉਂਕਿ ਸਿਲੇਬਸ ਚ ਦਾ ਹਿੱਸਾ ਤਾਂ ਨਹੀਂ ਹੈ, ਪਰ ਫਿਰ ਵੀ ਕਈ ਵਾਰੀ ਇੱਕਾ ਦੁੱਕਾ ਕੁਐਸਚਨਸ ਆ ਜਾਂਦੇ ਨੇ, ਤਾਂ ਇਹਨੂੰ ਆਪਾਂ ਪੜਾਂਗੇ ਸਟੋਨ ਏਜ ਨੂੰ। ਉਸ ਤੋਂ ਬਾਅਦ ਇੰਡਸ ਵੈਲੀ, ਫਿਰ ਵੈਦਿਕ era, ਫਿਰ ਅਸੀਂ ਅੱਗੇ ਨੂੰ ਚੱਲਦੇ ਜਾਵਾਂਗੇ। ਤਾਂ ਅੱਜ ਦੇ ਲੈਕਚਰ 'ਚ ਇੰਨਾ ਹੀ ਆ ਜੀ। ਆਸ ਆ ਕਿ ਤੁਸੀਂ ਇਸ ਚੀਜ਼ ਨੂੰ ਸਮਝ ਸਕੇ ਹੋਵੋਗੇ। ਵਾਕਈ ਸਾਡੀ ਕੋਸ਼ਿਸ਼ ਨੇ ਤੁਹਾਡੀ ਨੀਂਹ ਮਜ਼ਬੂਤ ਕੀਤੀ ਹੋਊਗੀ। ਬਾਕੀ ਅਸੀਂ ਜਿਹੜਾ ਹੈਗਾ ਅਗਲੀ ਕਲਾਸ ਦੇ ਵਿੱਚ ਮਿਲਦੇ ਹਾਂ ਜੀ। ਅੱਜ ਲਈ ਸ਼ੁਕਰੀਆ, ਥੈਂਕ ਯੂ, ਟੇਕ ਕੇਅਰ।